ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ। ਇਹਨਾਂ ਦੇ ਨਾਲ ਬੈਠੇ ਨੇ ਸਾਡੇ ਸਮਿਆਂ ਦੇ ਸਮਰੱਥ ਇਤਿਹਾਸਕਾਰ ਸਰਦਾਰ ਸੁਮੇਲ ਸਿੰਘ ਸਿੱਧੂ। ਦੋਨਾਂ ਨੂੰ ਜਿਉਂ ਆਇਆ। ਸ਼ੁਕਰੀਆ ਜੀ। ਦੋ ਤਿੰਨ ਅਹਿਮ ਮੁੱਦੇ ਨੇ ਪੰਜਾਬ ਸਰਕਾਰ ਦੇ ਵਿੱਚ, ਅਜੇ ਵੀ ਸਟੇਬਿਲਿਟੀ ਦੇ ਨਾਂ ਤੇ ਜ਼ਿਆਦਾ ਕੁਝ ਦਿਸਦਾ ਨਹੀਂ। ਅਨਰੈਸਟ ਉਵੇਂ ਦੀ ਉਵੇਂ ਬਰਕਰਾਰ ਹੈ। 4 ਨਵੇਂ IAS ਅਫਸਰ ਕੇਂਦਰ ਤੇ ਜਾਣ ਲਈ ਕਾਹਲੇ ਨੇ, ਅਪਲਾਈ ਕਰਤਾ, NOC ਬੰਦ ਹੈ। ਦੇਖੋ ਕਿਹੜੇ ਪਾਸੇ ਨੂੰ ਗੱਲ ਤੁਰਦੀ ਆ। ਇੱਕ ਗ੍ਰਹਿ ਮੰਤਰਾਲੇ ਦਾ ਪੱਤਰ ਤੁਰਿਆ ਫਿਰਦਾ, ਜਿਹਦੇ ਵਿੱਚ ਉਹ ਸ਼ਿਕਵਾ ਜਿਹਾ ਕਰਦੇ ਨੇ ਕਿ ਸਟੇਟਾਂ ਦੇ ਹਿੱਸੇ ਦੇ ਜਿਹੜੇ IPS ਅਫਸਰ ਹੈ ਉਹ ਸਾਡੇ ਕੋਲ ਆਉਂਦੇ ਨਹੀਂ, ਅਸਾਮੀਆਂ ਖਾਲੀ ਪਈਆਂ ਰਹਿੰਦੀਆਂ। ਦਿਲਚਸਪ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਦੂਜਾ ਮਾਮਲਾ, ਸਵੇਰੇ ਸੁਖਪਾਲ ਸਿੰਘ ਖਹਿਰਾ ਨੂੰ ਫੁਰਸਤ ਹੀ ਨਹੀਂ ਮਿਲੀ ਕਿ ਉਹ ਦਸਤਾਰ ਸਜਾ ਲੈਣ। ਉਹਨਾਂ ਨੇ ਸਾਫਾ ਬੰਨ ਕੇ ਹੀ ਜਾਣਕਾਰੀ ਸ਼ੇਅਰ ਕਰਤੀ ਵੀ ਪੰਜਾਬ ਸਰਕਾਰ ਨੇ ਇਸ਼ਤਿਹਾਰ ਬਹੁਤ ਜਾਰੀ ਕਰਤੇ ਆ। ਮੀਡੀਆ ਦੇ ਖੇਤਰ 'ਚ ਚੰਗਾ ਤਾਂ ਨਹੀਂ ਲੱਗਦਾ ਆਪਣੇ ਭੈਣ ਭਰਾਵਾਂ ਦੇ ਪੇਟ ਤੇ ਲੱਤ ਮਾਰਦਿਆਂ, ਪਰ ਸਰਕਾਰ ਨੂੰ ਐਡੀ ਕੀ ਪਈ ਆ ਵੀ ਸਾਡਾ ਕੰਮ ਬੋਲਦਾ, ਕੰਮ ਤਾਂ ਆਪੇ ਬੋਲਦਾ ਹੁੰਦਾ। ਥਾਂ ਥਾਂ ਲਿਖਣ ਦੀ ਕੀ ਲੋੜ ਆ? ਇਸ਼ਤਿਹਾਰ ਛੋਟਾ ਕਰ ਲਓ, ਇਕੱਲੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੀ ਦੇ ਦਿਆ ਕਰੋ, ਸਾਨੂੰ ਪਤਾ ਬੋਲਦਾ ਕੰਮ। ਇਹਦੇ ਤੇ ਨਹੀਂ ਜਾਣਾ, ਹਾਸਾ ਟੱਟਾ ਕਰਦੇ ਆ। ਸਭ ਤੋਂ ਅਹਿਮ ਗੱਲ, ਗੁਰਦਾਸ ਮਾਨ ਕਦੇ ਹੁੱਬ ਕੇ ਗਾਉਂਦੇ ਸੀ ਪੰਜਾਬੀ ਇਹ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ। ਹੁਣ ਰਕਾਨ ਰਕੂਨ ਤੇ ਦੂਰ, ਅਗਲੇ ਦੁਸ਼ਮਣਾਂ ਦੀ ਕੈਟਾਗਰੀ ਤੋਂ ਵੀ ਪਾਸੇ ਰੱਖ ਆਏ ਆ। ਕੱਲ ਇੱਕ ਦਿਨ ਲੰਘਿਆ, ਅਸੀਂ ਕੌਮਾਂਤਰੀ ਭਾਸ਼ਾ ਦਿਵਸ ਤੇ ਸੀ, ਔਰ ਮੇਰੇ ਖਿਆਲ ਪੰਜਾਬ ਤੋਂ ਵੱਧ ਕਿਸੇ ਨੇ ਮਨਾਉਣ ਦੇ ਦਾਅਵੇ ਨਹੀਂ ਕੀਤੇ। ਮੁੱਖ ਮੰਤਰੀ ਸਾਹਿਬ ਨੇ ਸਭ ਤੋਂ ਅਹਿਮ ਐਲਾਨ ਕੀਤਾ ਸੀ, ਔਰ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹ 'ਚ ਫੈਸਲਾ ਵੀ ਕੀਤਾ ਜੁਰਮਾਨੇ ਲਾਵਾਂਗੇ। ਪਰ ਇੰਜ ਨਹੀਂ, ਵਿਹਾਰਿਕ ਤੌਰ ਤੇ ਕਿੱਥੇ ਖੜੇ ਆ। ਅੱਜ ਸੱਚ ਸਾਹਮਣੇ ਆਉਂਦਾ। ਸਿੱਧੂ ਸਾਹਿਬ ਸਾਡੇ ਨਾਲ ਇਸੇ ਕਰਕੇ ਖੜੇ ਨੇ। ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਇਹਨਾਂ ਦੀ ਇੱਕ ਲੱਤ ਇੱਥੇ ਕੋਥੇ ਰਹਿੰਦੀ ਆ। ਸਾਡੇ ਅਲੰਬਰਦਾਰ ਨੇ ਪੰਜਾਬੀ ਦੇ, ਤੇ ਜੇਕਰ ਵਿਸ਼ਵ ਪੁਸਤਕ ਮੇਲਾ ਲੱਗਿਆ ਹੋਵੇ ਵੀ ਨੈਸ਼ਨਲ ਬੁੱਕ ਟਰਸਟ ਵੱਲੋਂ, ਪੰਜਾਬੀ ਨੂੰ ਸਥਾਨ ਨਾ ਮਿਲੇ, ਉਹ ਪੰਜਾਬੀ ਜਿਹੜੀ ਦਿੱਲੀ ਦੇ ਵਿੱਚ ਦੂਜੀ ਭਾਸ਼ਾ ਹੈ ਕਹਿਣ ਨੂੰ, ਉਹ ਪੰਜਾਬੀ ਜਿਹੜੀ ਸਭ ਤੋਂ ਵੱਧ ਦਿੱਲੀ 'ਚ ਬੋਲੀ ਜਾਂਦੀ ਕਿਸੇ ਹੋਰ ਭਾਸ਼ਾ ਦੇ ਮੁਕਾਬਲੇ, ਔਰ ਸਾਨੂੰ ਉਸ ਪੰਡਾਲ ਦੇ ਵਿੱਚ ਇੱਕ ਤੁਸੀਂ ਸਟਾਲ ਲਾਉਣ ਦੀ ਜਗ੍ਹਾ ਨਾ ਦਿਓ। ਸਾਡੇ ਲਈ ਉੱਥੇ ਕੋਈ ਜਿਹੜੇ ਸੈਮੀਨਾਰ ਹੋਣੇ ਹੁੰਦੇ ਆ, ਪ੍ਰੋਗਰਾਮ ਹੋਣੇ ਹੁੰਦੇ ਆ, ਸੱਭਿਆਚਾਰਕ ਪ੍ਰੋਗਰਾਮ ਹੋਣੇ ਹੁੰਦੇ ਆ, ਔਰ ਇਹ 25 ਤੋਂ 5 ਤੱਕ ਅਸੀਂ ਖਾਲੀਪਣ ਮਹਿਸੂਸ ਕਰਦੇ ਆ। ਤਿੰਨੇ ਰਾਜ, 2 ਰਾਜ ਤੇ ਆਪਣੇ ਕਹਿਣ ਨੂੰ, ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਇੱਕੋ ਰੱਥ ਤੇ ਸਵਾਰ ਨੇ। ਦੋਹੀਂ ਥਾਈਂ ਸੱਤਾ ਆਪਣੀ ਲੜਨ ਜੋਗੇ ਵੀ ਨਹੀਂ ਰਹੇ, ਤੇ ਕੇਂਦਰ ਜਿਹੜਾ ਘੜੀ ਮੁੜੀ ਪੰਜਾਬ ਵੱਲ ਕਹਿੰਦਾ ਅਸੀਂ ਇੱਥੇ ਇਹ ਸਰਮਜਮੀ ਤੇ ਅਸੀਂ ਪਰਚਮ ਬੁਲੰਦ ਕਰਨਾ ਆਪਣਾ, ਤੇ ਸਾਡੇ ਭਾਜ ਪਈ ਸਾਰੇ ਦੇ ਸਾਰੇ। ਕਿਹਨੂੰ ਉਲਾਮਾ ਦਈਏ? ਮੈਨੂੰ ਸਰਦਾਰ ਹਮੀਰ ਸਿੰਘ ਜੀ ਮੁੱਢਲੀ ਜੀ ਜਾਣਕਾਰੀ ਦਿਓ। ਪਤਾ ਲੱਗਿਆ ਤੁਹਾਡੇ ਦਖਲਅੰਦਾਜ਼ੀ ਨਾਲ ਥੋੜੀ ਹਿਲਜੁਲ ਹੋਈ ਆ, ਸਰਦਾਰ ਸੁਮੇਲ ਸਿੰਘ ਸਿੱਧੂ ਦੇ ਦਖਲ ਨਾਲ ਗੱਲ ਤੁਰੀ ਜ਼ਰੂਰ ਆ, ਪਰ ਕੀ ਹੋ ਗਿਆ ਨੈਸ਼ਨਲ ਬੁੱਕ ਟਰਸਟ ਨੂੰ? ਇਸ ਮੇਲੇ 'ਚੋਂ ਸਾਡਾ ਸਥਾਨ ਕੱਟੀ ਕੁੱਟੀ ਜਾਂਦੇ ਆ। ਮੁੱਖ ਮੰਤਰੀ ਸਾਹਿਬ ਜਾਣਾ ਚਾਹੀਦਾ ਇਹਨਾਂ ਨੂੰ ਉੱਡਣ ਖਟੋਲਾ ਲੈ ਕੇ। ਮੈਂ ਪੰਜਾਬੀ ਦੇ ਸਿਰ ਤੋਂ ਮੁੱਖ ਮੰਤਰੀ ਬਣਿਆ, ਤੁਸੀਂ ਮੇਰੀ ਹਾਜ਼ਰੀ 'ਚ ਇਹਨੂੰ ਇਗਨੋਰ ਕਰੀ ਜਾਂਦੇ ਹੋ। ਵੈਸੇ ਜਾਣਕਾਰੀ ਥੋੜੀ ਜਿਹੀ ਦਿਓ। ਜਿਹੜਾ ਇਹ ਵੈਸੇ ਤਾਂ ਸਾਡੇ ਇੱਕ ਜਨਰਲੀ ਪ੍ਰਚਾਰ ਹੋ ਰਿਹਾ ਕਿ ਕਿਤਾਬਾਂ ਵੈਸੇ ਹੀ ਘੱਟ ਪੜ੍ਹਨ ਲੱਗੇ ਲੋਕ ਜੀ, ਕਿਤਾਬਾਂ ਦੀ ਵੈਲਿਊ ਘਟ ਗਈ ਹੈ, ਲੋਕਾਂ ਨੂੰ ਪੜ੍ਹਨ ਲਾਉਣਾ। ਅਸੀਂ ਨਾਰਮਲੀ ਇਹ ਗੱਲ ਇੱਕ ਵਾਰ ਕਰਦੇ ਹਾਂ, ਪਰ ਜਦੋਂ ਵਿਵਹਾਰ ਇਹੋ ਜਿਹਾ ਦੇਖਦੇ ਹਾਂ ਕਿ ਇੱਕ ਵੱਡਾ ਬੁੱਕ ਫੇਅਰ ਲੱਗ ਰਿਹਾ ਹੈ ਜਿੱਥੇ ਇੱਕ ਸਾਰੇ ਲੋਕ ਇਹ ਦਰਸਾਉਂਦੇ ਨੇ ਆਪੋ ਆਪਣੀਆਂ ਬੋਲੀਆਂ, ਆਪੋ ਆਪਣਾ ਸੱਭਿਆਚਾਰ, ਆਪੋ ਆਪਣਾ ਨਜ਼ਰੀਏ ਤੋਂ ਕਿ ਮੇਰਾ ਵੀ ਸਥਾਨ ਹੈ ਸਾਰੇ ਮਾਮਲੇ ਦੇ ਵਿੱਚ। ਸੰਸਾਰ ਦੇ ਇੱਕ ਵੱਡੇ ਕੈਨਵਸ ਤੇ ਸਾਡਾ ਵੀ ਤਾਂ ਥੋੜਾ ਜਿਹਾ ਦਖਲ ਹੈ ਨਾ ਕਿਤੇ ਇੱਕ ਕੋਨੇ 'ਚ, ਜਿੱਥੇ ਅਸੀਂ ਵੀ ਆਪ ਆਪਣੀ ਗੱਲ ਕਰ ਲੈਂਦੇ ਹਾਂ। ਹੋਇਆ ਇਹ ਹੈ ਕਿ 25 ਫਰਵਰੀ ਤੋਂ 5 ਮਾਰਚ ਤੱਕ ਜਿਹੜਾ ਲੱਗਣ ਜਾ ਰਿਹਾ ਮੇਲਾ, ਔਰ ਉੱਥੇ ਪਹਿਲੀ ਵਾਰ ਹੋਏਗਾ। ਇਹ ਪਹਿਲੀ ਵਾਰ ਹੈ ਜਦੋਂ ਦਾ ਨੈਸ਼ਨਲ ਬੁੱਕ ਟਰਸਟ ਬਣ ਰਿਹਾ। ਜਿੰਨੀ ਕੁ ਜਾਣਕਾਰੀ ਆਈ ਹੈ ਕਿ ਪਹਿਲੀ ਵਾਰ ਪੰਜਾਬੀ ਦੇ ਉੱਥੇ ਪ੍ਰੋਗਰਾਮ ਨਹੀਂ ਹੋ ਰਹੇ। ਪੰਜਾਬੀ ਦੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਤੱਕ ਦੇ ਵਿੱਚ ਵੀ ਸ਼ਾਮਲ ਸੱਦਾ ਨਹੀਂ ਗਿਆ ਕਿ ਤੁਸੀਂ ਆ ਜਾਓ। ਚਲੋ ਕੋਈ ਸਵਾਲ ਹੀ ਕਰ ਲੈਂਦਾ ਵਿੱਚੋਂ, ਸ਼ਾਇਦ ਜੇ ਪੰਜਾਬੀ ਵਾਲਾ ਬੈਠਾ ਹੁੰਦਾ ਵੀ ਭਾਈ ਤੁਸੀਂ ਇਹ ਕੀ ਕਰਦੇ ਹੋ, ਕੀ ਨਹੀਂ ਹੈ। ਔਰ ਕਿਹਾ ਇਹ ਗਿਆ ਕਿ ਵੈਸੇ ਤਾਂ ਪੰਜਾਬ ਤੋਂ ਬਾਹਰ ਉੱਥੇ ਜਗ੍ਹਾ ਹੀ ਇੰਨੀ ਮਹਿੰਗੀ ਦੇ ਰਹੇ ਨੇ ਕਿ ਸਧਾਰਨ ਛੋਟੇ ਜਿਹੜੇ ਅਦਾਰੇ ਜਾਂ ਪਬਲਿਸ਼ਰ ਉੱਥੇ ਇੰਨੇ ਜੋਗੇ ਹੀ ਨਹੀਂ ਹੁੰਦੇ ਕਿ ਇੰਨੀ ਮਹਿੰਗੀ ਜਗ੍ਹਾ ਦੇ ਵਿੱਚ ਉਹ ਲਾ ਲੈਣ। ਹਾਲਾਂਕਿ ਜਿਹੜੀਆਂ ਭਾਸ਼ਾਈ ਇਹ ਚੀਜ਼ਾਂ ਨੇ, ਔਰ ਜਿਹੜੀਆਂ ਘੱਟੋ ਘੱਟ ਸੰਵਿਧਾਨ ਦੇ ਸ਼ੈਡਿਊਲਡ ਦੇ ਵਿੱਚ ਜਿਹੜੀਆਂ ਭਾਸ਼ਾ ਨੇ, ਉਹਨਾਂ ਨੂੰ ਤਾਂ ਇੱਕ ਜਗ੍ਹਾ ਇਸ ਲੈਵਲ ਦੀ ਦੇਣੀ ਚਾਹੀਦੀ ਹੈ ਕਿ ਉਹਨੇ ਕਿ ਜੋਗੇ ਪਬਲਿਸ਼ਰ ਉੱਥੇ ਜਾ ਸਕਣ। ਤੇ ਅੰਗਰੇਜ਼ੀ ਦੀ ਡੋਮੀਨੈਂਸ ਤੇ ਹਿੰਦੀ ਦਾ ਦਾਇਰਾ ਵੀ ਕਾਫੀ ਵੱਡਾ ਹੈ, ਉਹ ਚਲੋ ਆਪਣੇ ਢੰਗ ਨਾਲ ਕਰਦੇ ਨੇ, ਬਾਕੀ ਦਾ ਇੱਕ ਇਹ ਪੁਆਇੰਟ ਵੀ ਰਹਿ ਜਾਂਦਾ। ਪਰ ਨਾਲ ਦੀ ਨਾਲ ਇੱਕ ਗੱਲ ਹੋਈ ਹੈ, ਕਿਹਾ ਇਹ ਵੀ ਗਿਆ ਕਿ ਐਤਕੀ ਪਹਿਲੀ ਵਾਰ ਇਹ ਵੀ ਹੈ
ਕਿ ਦਿੱਲੀ ਦੀ ਪੰਜਾਬੀ ਅਕੈਡਮੀ ਦੀ ਵੀ ਸਟਾਲ ਨਹੀਂ ਲੱਗ ਰਹੀ ਉੱਥੇ। ਪਰ ਉਹ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ, ਉਹ ਕਹਿੰਦੇ ਇੱਕ ਫਾਰਮੈਲਿਟੀ ਹੋ ਗਈ ਹੈ। ਜ਼ਰੂਰ ਫਾਰਮੈਲਿਟੀ ਇਹ ਹੋਈ ਹੈ ਕਿ ਉਹਨਾਂ ਨੂੰ ਮੇਲ ਪਾ ਦਿੱਤੀ ਗਈ ਸੀ ਜੀ, ਉਹਨਾਂ ਨੇ ਟਾਈਮ ਤੇ ਰਿਪੋਰਟ ਨਹੀਂ ਕੀਤਾ। ਕੱਲ ਦਿੱਲੀ ਦੀ ਪੰਜਾਬ ਅਕੈਡਮੀ ਦੇ ਬੰਦੇ ਗਏ ਸੀ ਉੱਥੇ ਕਿ ਸਾਨੂੰ ਸਟਾਲ ਦੇ ਦਿਓ, ਕਹਿੰਦੇ ਹੁਣ ਉਹ ਬੁੱਕ ਹੋ ਗਿਆ ਤੁਹਾਡੇ ਵਾਲਾ ਵੀ, ਤੁਸੀਂ ਨਹੀਂ ਆਏ। ਪਰ ਮੇਰੀ ਇਨਫੋਰਮੇਸ਼ਨ ਮੁਤਾਬਕ ਮੈਂ ਜਿੰਨੀ ਗੈਦਰ ਕੀਤੀ ਹੈ ਵੀ ਇਦੋਂ ਬਾਅਦ ਵੀ ਸਟਾਲ ਲਈ ਜਗ੍ਹਾ ਦਿੱਤੀ ਗਈ ਹੈ, ਤੇ ਕੁਝ ਹੋਰ ਜਿਹੜੇ ਲੋਕਾਂ ਨੂੰ ਜਿਹੜੇ ਵੀ ਉਹ ਹੈ ਇਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਜਦੋਂ ਤੁਸੀਂ ਕਰਨਾ ਚਾਹੋ ਉਸ ਪੱਧਰ ਦੇ ਉੱਤੇ। ਪਰ ਇੱਕ ਨਾਲ ਦੀ ਨਾਲ ਗੱਲ ਹੋਰ ਵੀ ਹੈ ਜੀ, ਦਿੱਲੀ ਦੇ ਪੰਜਾਬੀ ਅਕੈਡਮੀ ਕਿਹੜਾ ਬਹੁਤ ਜ਼ਿਆਦਾ ਫਰਨ ਚੱਲਦੀ ਹੈ ਤੇ ਉੱਥੇ ਦਾ ਬੰਦਾ ਹੀ ਨਹੀਂ ਤੁਸੀਂ ਭਰਤੀ ਕਰ ਰਹੇ। ਉਹ ਅਕਾਊਂਟੈਂਟ ਨੂੰ ਚਾਰਜ ਦਿੱਤਾ ਹੋਇਆ ਤੇ ਬਾਕੀ ਦਾ ਸਿਸਟਮ ਨਹੀਂ ਹੈ। ਉਹਨੇ ਵੀ ਕਿੰਨਾ ਕੁ ਪੰਜਾਬੀ ਬਾਰੇ ਸੋਚਣਾ ਹੈ। ਵੈਸੇ ਕੇਜਰੀਵਾਲ ਸਾਹਿਬ ਚਾਹੇ ਕਹਿੰਦੇ ਨੇ ਪੰਜਾਬੀ ਦੇ ਮਦਈ ਨੇ, ਪੰਜਾਬੀ ਚਲਾਉਂਦੇ ਨੇ, ਪਰ ਇੱਕ ਪੰਜਾਬੀ ਲੈ ਦੇ ਕੇ ਅਕੈਡਮੀ ਹੈ ਤੇ ਉਹਦੇ ਤਾਂ ਜਿਹੜੇ ਰਹਿਨੁਮਾ ਨੇ, ਜਿਹੜੇ ਸੰਚਾਲਿਤ ਕਰਨ ਵਾਲੇ ਲੋਕ ਨੇ, ਉਹ ਤਾਂ ਚੱਜ ਦੇ ਭਰਤੀ ਕਰ ਲਓ ਨਾ ਰੈਗੂਲਰ, ਤਾਂ ਕਿ ਪੰਜਾਬੀ ਲਈ ਕੋਈ ਨਾ ਕੋਈ ਜਗ੍ਹਾ ਹੋਵੇ ਉਸ ਪੱਧਰ ਦੇ ਉੱਤੇ। ਔਰ ਇਸੇ ਗੱਲ ਕਰਕੇ ਫਿਰ ਹੁਣ ਇਹ ਜਿਹੜਾ ਬਜਟ ਵੀ ਆ ਲਗਾਤਾਰ ਐਨਬੀਟੀ ਦਾ, ਉਹ ਲਗਾਤਾਰ ਘਟਦਾ ਜਾ ਰਿਹਾ। 20 ਲੱਖ ਤੋਂ ਘਟਦਾ ਪਿਛਲੇ ਸਾਲ 7 ਲੱਖ ਤੇ ਐਤਕੀ 5 ਲੱਖ ਤੇ ਆ ਚੁੱਕੇ ਹੈ। ਤਾਂ ਉਹ ਛਪਣੀਆਂ ਕੀ ਨੇ ਜਿਹੜੀਆਂ ਕਿਤਾਬਾਂ ਬਾਕੀ ਦੀਆਂ ਨੇ? ਉਹ ਕਹਿੰਦੇ ਸਾਡੇ ਕੋਲ ਭੰਡਾਰ ਪਹਿਲਾਂ ਹੀ ਪਿਆ, ਉਹ ਜ਼ਰੂਰ ਲਾਵਾਂਗੇ ਅਸੀਂ ਉੱਥੇ ਜੀ ਜੀ। ਕਿਤੇ ਲਾਵਾਂਗੇ। ਸਰਦਾਰ ਹਮੀਰ ਸਿੰਘ ਜੀ, ਇਹਦੀ ਡਿਟੇਲ ਵਿਸਥਾਰ ਤੁਹਾਡੇ ਕੋਲ ਮੈਂ ਅੱਗੇ ਜਾ ਕੇ ਲੈਣਾ ਹੈ, ਕਿਉਂਕਿ ਬੜੇ ਪੱਖ ਨੇ, ਬੜੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਨਿੱਠ ਕੇ ਗੱਲ ਹੋਣੀ ਚਾਹੀਦੀ ਹੈ। ਸਾਡੇ ਇੱਥੋਂ ਦੀਪਕ ਬਾਲੀ ਨੂੰ ਕੇਜਰੀਵਾਲ ਸਾਹਿਬ ਲੈ ਕੇ ਗਏ ਸੀ, ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਸਾਹਿਤਕਾਰੀ ਦਾ ਕੰਮ ਪਿੱਛੇ ਰੱਖ ਕੇ ਮੀਡੀਆ ਮੈਨੇਜਮੈਂਟ ਦਾ ਕੰਮ ਵੱਡਾ ਕਰ ਲਿਆ। ਅੱਜ ਕੱਲ ਪਤਾ ਨਹੀਂ ਉਹ ਦਿੱਲੀ 'ਚ ਸਾਹਿਤ ਅਕਾਦਮੀ ਜਾਂ ਕਿਸੇ ਇਸ ਤਰ੍ਹਾਂ ਦੇ ਅਦਾਰੇ ਨੂੰ ਵੇਖਦੇ ਕਿ ਨਹੀਂ ਵੇਖਦੇ। ਮੈਂ ਤਾਂ ਲਾਲਪੁਰਾ ਸਾਹਿਬ ਨੂੰ ਵੀ ਕਹੂੰਗਾ, ਇਕਬਾਲ ਸਿੰਘ ਹੋਰਾਂ ਨੂੰ, ਉਹਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ, ਭਾਵੇਂ ਧਾਰਮਿਕ ਸਾਹਿਤ ਲਿਖਿਆ, ਔਰ ਜਾਖੜ ਸਾਹਿਬ ਪੰਜਾਬੀ ਦੇ ਵਿੱਚ ਲੰਬਰਦਾਰੀ ਕਰਦੇ ਰਹੇ ਨੇ। ਇਹ ਸਾਰੇ ਦੇ ਸਾਰੇ ਭਾਜਪਾ ਹੀ ਨੇ, ਇਹਨਾਂ ਦਿਨਾਂ ਦੇ ਵਿੱਚ ਨਿੱਠ ਕੇ ਗੱਲ ਕਰ ਸਕਦੇ ਆ। ਪਰ ਮੈਂ ਨਾਲ ਦੀ ਨਾਲ ਇਹ ਵੀ ਪੁੱਛਣਾ ਚਾਹੁੰਦਾ ਹੈ, ਤੁਸੀਂ ਬਹੁਤ ਜ਼ਿਆਦਾ ਸਰਗਰਮ ਰਹਿੰਦੇ ਹੋ ਸੰਸਥਾਵਾਂ ਦੇ ਵਿੱਚ ਸਿੱਧੂ ਸਾਹਿਬ, ਦਿੱਲੀ ਦੇ ਨਾਲ ਤੁਹਾਡਾ ਨਾਤਾ ਪੜ੍ਹਨ ਪੜ੍ਹਾਉਣ ਦਾ ਵੀ ਹੈ। ਹੁਣ ਦਿੱਲੀ ਦੇ ਵਿੱਚ ਜੇਕਰ ਸਾਨੂੰ ਇਗਨੋਰ ਕੀਤਾ ਜਾ ਰਿਹਾ ਤੇ ਉਹਦਾ ਆਧਾਰ ਕੀ ਬਣਾਇਆ ਇਹਨਾਂ ਲੋਕਾਂ ਨੇ? ਕੀ ਇਹ ਪੰਜਾਬੀ ਨੂੰ ਇੰਨੀ ਨਗੂਣੀ ਮੰਨਣ ਲੱਗੇ? ਸਾਡੀ ਅਣਖ ਨੂੰ ਵੰਗਾਰਨ ਦਾ ਇਹ ਵੀ ਤਰੀਕਾ ਹੁੰਦਾ ਕਿ ਨਿਸਲ ਪਏ ਲੋਕਾਂ ਨੇ ਕਿਹੜਾ ਆਉਣਾ, ਹੁਣ ਇਹ ਜੰਗ ਜਿੱਤ ਕੇ ਆਏ ਨੇ ਖੇਤੀਬਾੜੀ, ਪਰ ਇਹ ਆਪਣੀ ਭਾਸ਼ਾ ਜਾਂ ਆਪਣੇ ਲਿਟਰੇਚਰ ਨੂੰ ਲੈ ਕੇ ਤੇ ਆਪਣੀ ਸੱਭਿਅਤਾ ਨੂੰ ਲੈ ਕੇ ਬਹੁਤੇ ਜ਼ਿਆਦਾ ਸੁਚੇਤ ਹੈ ਨਹੀਂ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਸੁੱਤਿਆ ਉੱਠਣਾ ਤੇ ਹੈ ਨਹੀਂ, ਇਸੇ ਕਰਕੇ ਸਾਡੇ ਤੇ ਸੱਟ ਮਾਰੀ ਜਾਂਦੀ। ਕੀ ਕਹਿੰਦੇ ਹੋ? ਇਹ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਜਿੰਨਾ ਆਪਣੇ ਧਾਰਮਿਕ ਚਿੰਨ੍ਹਾਂ ਜਾਂ ਪੋਥੀਆਂ ਜਾਂ ਉਹਨਾਂ ਦੀ ਬੇਅਦਬੀ ਨੂੰ ਲੈ ਕੇ ਜਿੰਨੇ ਸਰਗਰਮ ਤੇ ਜਿੰਨੇ ਛੇਤੀ ਹੋ ਜਾਂਦੇ ਆ ਤੇ ਜਿਸ ਪੱਧਰ ਤੱਕ ਹੋ ਜਾਂਦੇ ਆ, ਉਹਨਾਂ ਅਸੀਂ ਭਾਸ਼ਾ ਦੇ ਸਵਾਲ ਦੇ ਉੱਪਰ ਔਰ ਇਹਦੇ ਨਾਲ ਜਿਹੜਾ ਇੱਕ ਬੜਾ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਸੰਸਥਾਈ ਪੱਧਰ ਦੇ ਉੱਪਰ, ਉਸ ਨੂੰ ਲੈ ਕੇ ਹਜੇ ਵੀ ਅਸੀਂ ਸੁਚੇਤ ਸਮਾਂ ਰਹਿੰਦਿਆਂ ਨਹੀਂ ਹੁੰਦੇ। ਔਰ ਉਹਦੇ ਵਿੱਚ ਜੋ ਕਾਰਗਰਦਗੀ ਇਸ ਵਾਰ ਨੈਸ਼ਨਲ ਬੁੱਕ ਟਰਸਟ ਨੇ, ਜਿਸ ਇੱਕ ਆਪਣੇ ਬੜੇ ਭਰੋਸੇ ਦੇ ਨਾਲ ਉਹਨਾਂ ਨੇ ਇੱਕ ਭਾਸ਼ਾ ਦਾ ਜਿਹੜਾ ਨੈਸ਼ਨਲ ਬੁੱਕ ਟਰਸਟ ਦੇ ਵਿੱਚ ਜਿਹੜਾ ਪੰਜਾਬੀ ਸੈਕਸ਼ਨ ਕੰਮ ਕਰਦਾ ਹੈ, ਜਿਹਦੇ ਵਿੱਚੋਂ ਬੜੀਆਂ ਖੂਬਸੂਰਤ ਪੰਜਾਬੀ ਦੀਆਂ ਕਿਤਾਬਾਂ ਛਪਦੀਆਂ ਨੇ, ਉਹਨਾਂ ਦੇ ਵਾਰ-ਵਾਰ ਪੰਜਾਬ ਦੇ ਵਿੱਚ ਮੇਲੇ ਲੱਗਦੇ ਔਰ ਉਹਨਾਂ ਦੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਵਿਕਦੀਆਂ ਨੇ, ਪੰਜਾਬ ਦੇ ਵਿੱਚ ਅੱਛੀਆਂ ਵਿਕਦੀਆਂ ਨੇ, ਔਰ ਬੜਾ ਕੰਮ ਵੀ ਇਸ ਕਿਸਮ ਦਾ ਹੋਇਆ ਹੈ। ਉਹ ਹਰ ਵਾਰ ਪੰਜਾਬੀ ਸੈਕਸ਼ਨ ਨੂੰ ਇੱਕ ਐਕਸਕਲੂਸਿਵ ਪੈਵਿਲੀਅਨ ਮਿਲਿਆ ਹੁੰਦਾ ਸੀ ਜਿੱਥੇ ਇਹਨਾਂ ਦੀ ਡਿਸਪਲੇ ਹੁੰਦੀ ਸੀ। ਔਰ ਜਿਹੜਾ ਸਭ ਤੋਂ ਵਧੀਆ ਗੱਲ ਜਿਹੜੀ ਹਮੀਰ ਸਿੰਘ ਹੁਣਾਂ ਨੇ ਵੀ ਜਿਹਦੇ ਵੱਲ ਇਸ਼ਾਰਾ ਕੀਤਾ ਕਿ ਉੱਥੇ 5-7 ਦਿਨ ਲਗਾਤਾਰ, ਜਿੰਨੇ ਦਿਨ ਵੀ ਇਹ ਮੇਲਾ ਚੱਲਦਾ ਸੀ, ਸ਼ਾਮ ਨੂੰ ਸੱਭਿਆਚਾਰਕ ਸਾਹਿਤਕ ਡਿਸਕਸ਼ਨਸ ਦਾ, ਪੈਨਲ ਬੈਠਣ ਦਾ, ਚਰਚਾ ਦਾ ਇੱਕ ਪੂਰਾ ਪਿੜ ਵੱਜਦਾ ਸੀ ਔਰ ਉਹਦੇ ਨਾਲ ਚੀਜ਼ਾਂ ਅੱਗੇ ਤੁਰਦੀਆਂ ਸੀ, ਇੱਕ ਦਿਲਚਸਪੀ ਵੱਧਦੀ ਸੀ, ਆਏ ਹੋਏ ਲੋਕਾਂ ਨੂੰ ਇਹਦਾ ਪਤਾ ਲੱਗਦਾ ਸੀ। ਇਸ ਵਾਰ ਇਹ ਦੋਵੇਂ, ਮਤਲਬ ਨੈਸ਼ਨਲ ਬੁੱਕ ਟਰਸਟ ਨੇ, ਬਿਲਕੁਲ ਸਹੀ ਗੱਲ ਹੈ ਕਿ ਉਹਦੇ ਭਾਅ ਹੀ ਇੰਨੇ ਜ਼ਿਆਦਾ ਨੇ ਤੇ ਪੰਜਾਬੀ ਪਬਲਿਸ਼ਰਾਂ ਦੇ ਜਿਹੜੇ ਸਾਡੇ ਛੋਟੇ-ਛੋਟੇ ਪਬਲਿਸ਼ਰ ਨੇ, ਉਹਨਾਂ ਦੇ ਲਈ ਤੇ ਵੈਸੇ ਹੀ ਸਪੇਸ ਨਹੀਂ ਬਚੀ। ਤੇ ਸੰਸਥਾਵਾਂ ਸਾਡੀਆਂ, ਜਿਵੇਂ ਤੁਸੀਂ ਪੰਜਾਬੀ ਅਕੈਡਮੀ ਦਾ ਜ਼ਿਕਰ ਕੀਤਾ ਹੈ, ਕਿ ਉਹਦਾ ਆਪਣਾ ਵੀ ਹਾਲ ਹੈ ਜਿਹੜਾ ਕੋਈ ਬਹੁਤਾ ਤਸੱਲੀ ਬਖਸ਼ ਨਹੀਂ ਹੈ ਭਰਤੀ ਦੇ ਲਿਹਾਜ਼ ਦੇ ਨਾਲ, ਉਹਦੇ ਫੰਡਾਂ ਦੇ ਹਿਸਾਬ ਦੇ ਨਾਲ ਤੇ ਉਹਦੀਆਂ ਸਰਗਰਮੀਆਂ ਦੇ ਹਿਸਾਬ ਦੇ ਨਾਲ ਵੀ, ਜਿਹੜਾ ਕਿ ਵੱਧ ਹੋਣਾ ਚਾਹੀਦਾ ਸੀ। ਇਹਨਾਂ ਦੇ ਵੱਲੋਂ ਸਮਾਂ ਰਹਿੰਦਿਆਂ ਤੇ ਜਿਹੜੀਆਂ ਦਿੱਲੀ ਦੀਆਂ ਪੰਜਾਬੀ ਸੰਸਥਾਵਾਂ ਨੇ, ਭਾਈ ਵੀਰ ਸਿੰਘ ਸਾਹਿਤ ਸਦਨ ਹੋਵੇ, ਪੰਜਾਬੀ ਸਾਹਿਤ ਸਭਾ ਹੋਵੇ, ਪੰਜਾਬੀ ਵਿਭਾਗ ਹੋਵੇ, ਇੰਨੇ ਕਾਲਜਾਂ ਦੇ ਵਿੱਚ ਪੜ੍ਹਾਉਣ ਵਾਲੇ ਹੋਣ,
ਉਹਨਾਂ ਦੇ ਵੱਲੋਂ ਵੀ ਸਮਾਂ ਰਹਿੰਦਿਆਂ ਇਧਰਲੇ ਪਾਸੇ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਅਖੀਰ ਦੇ ਵਿੱਚ ਅਸੀਂ ਬਿਲਕੁਲ ਹੁਣ 3 ਦਿਨ ਰਹਿ ਗਏ ਆ ਮੇਲਾ ਸ਼ੁਰੂ ਹੋਣ ਦੇ ਵਿੱਚ, ਤੇ ਆਪਾਂ ਹੁਣ ਇਹ ਕਿਤੇ ਨਾ ਕਿਤੇ ਲੈ ਕੇ ਇਸ ਦੇ ਉੱਪਰ ਜਿਹੜੀ ਚਰਚਾ ਕਰ ਰਹੇ ਹਾਂ ਕਿ ਆਮ ਤੌਰ ਤੇ ਗੱਲ ਦੁਬਾਰਾ ਫਿਰ ਸੜਕਾਂ ਦੇ ਉੱਪਰ ਆ ਕੇ ਹੀ ਜਾਂ ਮੀਡੀਆ ਦੇ ਥਰੂ ਜੇ ਫਲੈਸ਼ ਕਰਦੇ ਆ ਤਾਂ ਇਹ ਥੋੜੀ ਬਹੁਤੀ ਇਹਦੀ ਚਰਚਾ ਹੁੰਦੀ ਹੈ। ਇੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ, ਜਿਹੜੀ ਪੰਜਾਬੀ ਟੀਚਰ ਨੇ, ਹੋਰ ਸਾਰੇ ਕੁਝ ਨੇ, ਉਹਨਾਂ ਦੇ ਵੱਲੋਂ ਵੀ ਸਮਾਂ ਰਹਿੰਦੇ ਆ ਇਹਦੇ ਵਿੱਚ ਕੋਈ ਇੰਟਰਵੈਂਸ਼ਨ ਨਹੀਂ। ਹੁਣ ਤੇ ਉਹਨਾਂ ਦਾ ਥੋੜੀ ਬਹੁਤੀ ਸਾਂਝ ਵੀ ਭਾਜਪਾ ਦੇ ਨਾਲ ਹੈ। ਭਾਜਪਾ ਇਹਦੇ ਨਾਲ ਕੀ ਸਿਗਨਲ ਦੇ ਰਹੀ ਹੈ ਪੰਜਾਬ ਨੂੰ ਤੇ ਹੋਰਾਂ ਨੂੰ? ਦੂਜੀ ਗੱਲ ਇਹ ਹੈ ਕਿ ਇੱਕ ਤੇ ਇਹਨਾਂ ਚਰਚਾਵਾਂ ਤੋਂ ਪੰਜਾਬੀ ਨੂੰ ਤੇ ਉਹਦੇ ਪੈਵਿਲੀਅਨ ਤੋਂ ਉਹਨੂੰ ਵਾਂਝਿਆ ਕੀਤਾ ਗਿਆ, ਤੇ ਵਿਸ਼ਵ ਬੁੱਕ ਇਹ ਜਿਹੜਾ ਪੁਸਤਕ ਮੇਲਾ ਲੱਗਦਾ ਹੈ ਇਹਦੇ ਵਿੱਚ ਦੁਨੀਆ ਭਰ ਦੇ ਪਬਲਿਸ਼ਰ, ਉਹਨਾਂ ਦੇ ਨੁਮਾਇੰਦੇ, ਉਹਨਾਂ ਦੀਆਂ ਚਰਚਾਵਾਂ ਇੱਥੇ ਚੱਲਦੀਆਂ ਨੇ। ਉਹਦੇ ਵਿੱਚ ਪੰਜਾਬੀ ਪਬਲਿਸ਼ਿੰਗ ਦੀ ਵੀ ਹਾਜ਼ਰੀ ਲੱਗਦੀ ਹੈ, ਸਾਡੀਆਂ ਵੀ ਪੁਸਤਕਾਂ ਦੀ ਹਾਜ਼ਰੀ ਲੱਗਦੀ ਹੈ, ਤੇ ਇੱਕ ਇਸ ਤਰ੍ਹਾਂ ਦੇ ਨਾਲ ਚਰਚਾ ਦਾ ਤੇ ਇਹਦੇ ਜ਼ਿਕਰ ਦੀ ਇੱਕ ਗੱਲ ਤੁਰਦੀ ਹੈ। ਮੈਂ ਵਾਕਈ ਇਹ ਸੋਚਦਾ ਕਿ ਪੰਜਾਬੀ ਦੇ ਪਾਠਕ ਕਿੰਨਾ ਵਿਰਵਾ ਵੀ ਮਹਿਸੂਸ ਕਰ ਸਕਦੇ ਹੈ, ਕਿਉਂਕਿ ਇੱਥੇ ਸੰਸਥਾਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਕੋਲ ਉਹ ਕਿਤਾਬਾਂ ਵੀ ਛਾਪਦੇ ਨੇ ਜਿਹੜੀਆਂ ਕਿ ਬਹੁਤੇ ਵਪਾਰਕ ਪਬਲਿਸ਼ਰ ਨਹੀਂ ਛਾਪਦੇ, ਜਿਹੜੀਆਂ ਕਿ ਡਾਕੂਮੈਂਟਰੀ ਲੈਵਲ ਦੇ ਉੱਪਰ ਹੁੰਦੀਆਂ ਨੇ, ਉਹ ਦਸਤਾਵੇਜ਼ੀ ਕਿਸਮ ਦੇ ਕੰਮ ਹੁੰਦੇ ਨੇ, ਰਿਸਰਚ ਦੇ, ਇਤਿਹਾਸਕਾਰੀ ਦੇ ਕੰਮ ਹੁੰਦੇ ਨੇ, ਜਿਹੜੇ ਵਪਾਰਕ ਤੌਰ ਦੇ ਉੱਪਰ ਤੇ ਭਾਵੇਂ ਉਹਨਾਂ ਮੁਨਾਫਾ ਨਾ ਦੇਣ, ਪਰ ਜਿਨ੍ਹਾਂ ਨੂੰ ਕਰਨਾ ਸਰਕਾਰੀ ਅਦਾਰਿਆਂ ਦਾ ਕੰਮ ਹੁੰਦਾ ਕਿ ਇਹ ਚੀਜ਼ਾਂ ਵੀ ਹੈਗੀਆਂ ਨੇ, ਉਹ ਗਿਆਨ ਦੇ ਲਈ ਤੇ ਇਹਦੇ ਪ੍ਰਸਾਰ ਦੇ ਲਈ ਬੜਾ ਜ਼ਰੂਰੀ ਕੰਮ ਹੁੰਦਾ ਹੈ। ਅਸੀਂ ਉਹਦੇ ਤੋਂ ਵੀ ਇੱਥੇ ਵਾਂਝੇ ਰੱਖੇ ਜਾ ਰਹੇ ਹਾਂ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਦੂਜੀ ਭਾਸ਼ਾ ਦਾ ਦਰਜਾ ਹੋਣ ਦੇ ਬਾਵਜੂਦ ਤੇ ਦਿੱਲੀ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਚੰਗੀ ਖਾਸੀ ਗਿਣਤੀ ਦੇ ਬਾਵਜੂਦ ਜੇ ਇੰਨੇ ਧੜੱਲੇ ਦੇ ਨਾਲ ਪੰਜਾਬੀ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਤਾਂ ਉਹ ਇਸੇ ਹੀ ਵਿਸ਼ਵਾਸ ਦੇ ਉੱਪਰ ਕਰ ਰਹੇ ਆ ਕਿ ਪੰਜਾਬੀਆਂ ਨੇ ਬੋਲਣਾ ਨਹੀਂ ਹੈ, ਇਹਦੇ ਉੱਪਰ ਲਾਮਬੰਦ ਨਹੀਂ ਹੋਣਗੇ। ਨਹੀਂ ਤਾਂ ਮੈਂ ਇਹ ਕਹਿ ਕੇ ਵੇਖ ਲੈਣਾ ਕਿ ਬੰਗਾਲੀ ਭਾਸ਼ਾ ਦਾ ਇਹ ਜ਼ਰਾ ਪੈਵਿਲੀਅਨ ਜਾਂ ਇਹ ਬੰਦ ਕਰਕੇ ਦਿਖਾਉਣ, ਜਾਂ ਇਹ ਹੋਰਾਂ ਦੇ ਨਾਲ ਇਹ ਕਰਕੇ ਦਿਖਾਉਣ, ਕਿਸੇ ਸਾਊਥ ਦੀ ਦ੍ਰਾਵਿਡੀਅਨ ਭਾਸ਼ਾ ਦੇ ਨਾਲ ਇਸ ਤਰ੍ਹਾਂ ਦੇ ਨਾਲ ਲਾਂਭੇ ਕਰਕੇ ਦਿਖਾਉਣ, ਪਤਾ ਲੱਗ ਜਾਏਗਾ। ਉੱਥੇ ਸਿਆਸੀ ਤੌਰ ਦੇ ਉੱਪਰ ਹੁਣ ਤੱਕ ਉਹਨਾਂ ਨੇ ਬਵੰਡਰ ਖੜਾ ਕਰ ਦੇਣਾ ਸੀ। ਇਹ ਪੰਜਾਬੀਆਂ ਦੀ ਜਿਹੜੀ ਇੱਕ ਆਪਣੀ ਚੇਤਨਾ ਦੀ ਜਿਹੜੀ ਕਮੀ ਹੈ ਕਿ ਉਹ ਇਹਨਾਂ ਦੇ ਉੱਪਰ ਸਮਾਂ ਰਹਿੰਦੇ ਆ ਤੇ ਇਹਨਾਂ ਨੂੰ ਇੰਨਾ ਗੰਭੀਰ ਮੁੱਦਾ ਹੀ ਨਹੀਂ ਸਮਝਦੇ ਕਿ ਇਹਦੇ ਤੇ ਬੋਲਣ ਦੀ ਵੀ ਲੋੜ ਆ। ਮੈਂ ਸਮਝਦਾ ਕਿ ਇਸ ਗੱਲ ਨੇ ਇਹ ਪੰਜਾਬੀ ਵਿਰੋਧੀ ਇਹਨਾਂ ਕਦਮਾਂ ਨੂੰ ਬਲ ਬਖਸ਼ਿਆ, ਔਰ ਇਹਦੀ ਮੈਨੂੰ ਇਹ ਲੱਗਦਾ ਕਿ ਪੰਜਾਬੀਆਂ ਦੇ ਵੱਲੋਂ ਇੱਥੇ ਦਿੱਲੀ ਦੇ ਵਿੱਚ ਵੀ ਇਹਦੇ ਉੱਤੇ ਸਖਤ ਪ੍ਰੋਟੈਸਟ ਹੋਣਾ ਚਾਹੀਦਾ ਹੈ, ਔਰ ਤਾਂ ਕਿ ਸਮਾਂ ਰਹਿੰਦਿਆਂ ਇਹ ਉਹਦੇ ਵਿੱਚ ਪੈਵਿਲੀਅਨ ਉਹਦੇ ਵਿੱਚ ਬਣਾਏ ਜਾ ਸਕਣ ਤੇ ਇਹ ਕਾਰਜਕ੍ਰਮ ਉੱਥੇ ਘਰੇ ਜਾ ਸਕਣ। ਜੀ, ਵੈਸੇ ਤੁਸੀਂ ਗੱਲ ਕਾਫੀ ਅਹਿਮ ਨੁਕਤੇ ਤੇ ਲਿਆ ਕੇ ਖੜੀ ਕੀਤੀ ਹੈ। ਮੈਨੂੰ ਇਹਦੇ ਤੋਂ ਵੀ ਅਗਲੀ ਗੱਲ ਨਜ਼ਰ ਆਉਂਦੀ, ਜਦੋਂ ਕਿਸੇ ਸਟੇਟ ਨੂੰ ਇਹ ਲੱਗਣ ਲੱਗ ਜੇ ਕਿ ਇਹਨਾਂ ਦਾ ਕਿਹੜਾ ਕੋਈ ਲੀਡਰ ਆ, ਸਾਨੂੰ ਇੱਥੇ ਸਾਡਾ ਜਿਹੜਾ ਸਿਆਸੀ ਤੌਰ ਤੇ ਵੈਕਿਊਮ ਖੜਾ ਹੋ ਗਿਆ, ਸਾਡੀ ਪੰਜਾਬੀਅਤ ਦੇ ਨਜ਼ਰੀਏ ਤੋਂ ਲੀਡਰ ਵੀ ਹੋਣੇ ਹੋ ਗਏ ਆ, ਭਾਵੇਂ ਮੁੱਖ ਮੰਤਰੀ ਦੇ ਰੂਪ ਚ, ਵਿਰੋਧੀ ਧਿਰਾਂ ਦੇ ਰੂਪ ਚ, ਪਾਰਟੀਆਂ ਦੇ ਮੁਖੀਆਂ ਦੇ ਰੂਪ ਚ ਕਈ ਬੰਦੇ ਤੁਰੇ ਫਿਰਦੇ ਆ, ਪਰ ਉਹ ਲੋਕਾਂ ਦੇ ਮਾਸਸ ਤੇ ਲੀਡਰ ਕਿਉਂ ਨਹੀਂ ਬਣ ਪਾ ਰਹੇ? ਅਗਲਿਆਂ ਨੂੰ ਪਤਾ ਹੈ ਪੰਜਾਬੀਆਂ ਨੇ ਕਿਸੇ ਦੇ ਪਿੱਛੇ ਨਹੀਂ ਆਉਣਾ, ਤੇ ਇਹਨਾਂ ਦੇ ਲੀਡਰ ਕਿਸੇ ਚ ਦਮ ਵੀ ਹੈ ਨਹੀਂ ਕਿ ਉਹ ਸਟੇਟ ਨੂੰ ਵੰਗਾਰ ਸਕੇ ਖਲੋ ਕੇ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ। ਸਰਦਾਰ ਹਮੀਰ ਸਿੰਘ ਜੀ, ਸਾਜ਼ਿਸ਼ਨ ਗੈਰ ਹਾਜ਼ਰੀ ਹੋ ਜੇ ਪੰਜਾਬੀ ਦੀ, ਤੁਸੀਂ ਗੱਲ ਪੂਰੀ ਕਰ ਲਓ ਆਪਣੀ, ਆਪਾਂ ਅਗਲੇ ਮੁੱਦਿਆਂ ਤੇ ਵੀ ਜਾਣਾ ਹੈ। ਅੱਜ ਅਸੀਂ ਸਿੱਧੂ ਸਾਹਿਬ ਨੂੰ ਨਾਲ ਹੀ ਰੱਖਦੇ ਹਾਂ। ਪਹਿਲਾਂ ਸਾਡਾ ਇਰਾਦਾ ਸੀਗਾ ਕਿ ਅਸੀਂ ਇਸ ਸੈਗਮੈਂਟ ਤੱਕ ਸਿੱਧੂ ਸਾਹਿਬ ਕੋਲੋਂ ਜਾਣਕਾਰੀ ਲਵਾਂਗੇ। ਸਿੱਧੂ ਸਾਹਿਬ, ਤੁਸੀਂ ਸਾਨੂੰ ਥੋੜਾ ਦੇਰ ਹੋਰ ਸਰਪ੍ਰਸਤੀ ਦਿਓ ਸਾਥ ਦੇ ਰੂਪ ਦੇ ਵਿੱਚ, ਤੇ ਆਪਾਂ ਅੱਗੇ ਵਧੀਏ। ਸਰਦਾਰ ਹਮੀਰ ਸਿੰਘ, ਆਪਣੀ ਗੱਲ ਪੂਰੀ ਕਰੋ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਵੀ ਸਾਡੀ ਸਟੇਟ ਦੇ ਵਿੱਚ ਤਾਂ ਅਫਸਰ ਵੀ ਭੱਜਣ ਨੂੰ ਫਿਰਦੇ ਆ, ਉਹਨਾਂ ਨੂੰ ਕੀ ਹੋ ਗਿਆ? ਜਿਹੜੇ ਕਦੀ ਜਾਂਦੇ ਨਹੀਂ ਸੀ, ਕੇਂਦਰ ਹਾਕਾ ਮਾਰਦਾ ਰਹਿੰਦਾ ਸੀ, ਸਟੇਟਾਂ ਦੇ ਹਿੱਸੇ ਦੇ ਅਫਸਰ ਆ ਜਾਓ, ਕੇਂਦਰ ਦੇ ਵਿੱਚ ਜਾ ਕੇ ਲੱਗਦਾ ਸੀ ਕਿਤੇ ਕਲਰਕ ਬਣ ਜਾਾਂਗੇ, ਕਿਸੇ ਮੰਤਰਾਲੇ 'ਚ ਸੁੱਟ ਤੇ ਜਾਵਾਂਗੇ, ਇੱਥੇ ਸਰਦਾਰੀਆਂ ਕਰਦੇ ਸੀ। ਭੱਜਣ ਕਿਉਂ ਲੱਗੇ? ਵਿਸ਼ਵਾਸਯੋਗਤਾ ਕਿਉਂ ਡਿੱਗ ਰਹੀ ਆ? ਕਿਉਂ ਆਪਸੀ ਰਿਸ਼ਤਿਆਂ 'ਚ ਖਟਾਸ ਆ ਗਈ? ਇਹ ਸਾਰੇ ਮਾਮਲੇ ਐਡਰੈਸ ਕਰਦੇ ਆ। ਪਹਿਲੀ ਗੱਲ ਕੰਪਲੀਟ ਕਰ ਲਓ ਸਰਦਾਰ ਹਮੀਰ ਸਿੰਘ ਜੀ। ਪਹਿਲਾਂ ਇੱਕ ਗੱਲ ਇਹ ਵੀ ਹੈ, ਇਹ ਗੱਲ ਅੱਗੇ ਵੀ ਤੁਰੀ, ਐਸੀ ਗੱਲ ਨਹੀਂ ਕਿ ਸਰਕਾਰਾਂ ਤੱਕ ਆਈ ਨਹੀਂ। ਨੈਸ਼ਨਲ ਬੁੱਕ ਟਰਸਟ ਚੋਂ ਹੀ ਕਿਸੇ ਨੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਦੇ ਇੱਕ OSD ਨਾਲ ਗੱਲ ਕੀਤੀ। ਇਹ ਗੱਲ ਅੱਜ ਨਹੀਂ ਕੀਤੀ, 1-2 ਦਿਨ ਪਹਿਲਾਂ ਦੀ ਗੱਲ ਹੈ, ਪਹਿਲਾਂ ਗੱਲ ਕੀਤੀ।
ਪਰ ਇਹ ਜਵਾਬ ਇੰਨਾ ਕਿ ਅਸੀਂ ਇਹ ਇੱਥੋਂ ਤੱਕ ਵੀ ਨਹੀਂ ਕਿਹਾ ਵੀ ਚਲੋ ਚੀਫ ਮਿਨਿਸਟਰ ਸਾਹਿਬ ਨਾਲ ਉਠਾਉਂਦੇ ਆ ਗੱਲ, ਜੋ ਵੀ ਹੁੰਦਾ। ਕਹਿੰਦੇ ਅਸੀਂ ਤਾਂ ਪਹਿਲਾਂ ਹੀ ਗਧੀ ਗੇੜ ਚ ਪਏ ਫਿਰਦੇ ਆ, ਹੋਰੇ ਕੰਮ ਨਹੀਂ ਮੁੱਕਦੇ, ਹਜੇ ਦੇਖਾਂਗੇ ਵੀ ਕੀ ਕਰਨਾ। ਮਤਲਬ ਜਵਾਬ ਦਾ ਲੈਵਲ ਤੁਸੀਂ ਦੇਖੋ, ਜੇਕਰ ਜਿੰਨੀ ਜਾਣਕਾਰੀ ਜਿਹੜੀ ਉਸ ਲੈਵਲ ਤੇ ਆਉਂਦੀ ਹੁੰਦੀ ਤਾਂ ਚੀਫ ਮਿਨਿਸਟਰ ਨੇ ਅੱਗੇ ਕੀ ਕਰ ਦੇਣਾ, ਜਦ ਟੀਮ ਇਹੋ ਜਿਹੀ ਆਲੇ ਦੁਆਲੇ ਤੁਰੀ ਫਿਰਦੀ ਹੈ। ਜਿਹੜੀ ਚੀਫ ਮਿਨਿਸਟਰ ਨੂੰ ਰਾਏ ਦੇਣੀ ਹੁੰਦੀ ਹੈ ਨਾ ਵੀ ਆ ਇੱਕ ਨਾਜ਼ੁਕ ਮੁੱਦਾ, ਇਹਦੇ ਤੇ ਤੁਸੀਂ ਨੰਬਰ ਵੀ ਬਣਾ ਸਕਦੇ ਹੋ, ਇਹਦੇ ਤੇ ਤੁਸੀਂ ਬਿਨਾਂ ਪੈਸੇ ਖਰਚੇ ਵੀ ਗੱਲ ਕਰ ਸਕਦੇ ਹੋ। ਸਰਦਾਰ ਹਮੀਰ ਸਿੰਘ ਜੀ, ਜੇ 92 ਬੰਦਿਆਂ ਦੇ ਹੁੰਦਿਆਂ ਵੀ ਗਧੀ ਗੇੜ ਚ ਪਏ ਹੋ, ਮਤਲਬ ਇਦਾਂ ਹੀ ਘੁੰਮਣ ਨੂੰ ਕਹਿੰਦੇ ਨਾ ਗਧੀ ਗੇੜ, ਤਾਂ ਫਿਰ ਤੁਹਾਨੂੰ ਕੋਈ ਨਹੀਂ ਕੱਢ ਸਕਦਾ। ਤੁਸੀਂ ਮੁਕੱਦਰ ਚ ਹੀ ਲਿਖਾ ਕੇ ਆਏ ਹੋ ਵੀ ਤੁਸੀਂ ਗਧੀ ਗੇੜ ਚ ਹੀ ਰਹਿਣਾ। ਹੁਣ ਗੱਲ ਤੋਰੋ। ਉਹਦੇ ਚ ਹੀ ਰਹਿਣਾ। ਤੇ ਮੈਨੂੰ ਆਏ ਵੀ ਚਲੋ OSD ਦਾ ਨਾਮ ਕਾਹਨੂੰ ਲੈਣਾ ਤੇ ਕੀ ਗੱਲ ਹੋਈ, ਉਹ ਥੋੜੇ ਜਿਹਾ ਜ਼ਿਆਦਾ ਨੇ ਇੱਧਰ ਉੱਧਰ ਹੋ ਜਾਂਦੀ ਹੈ ਗੱਲ। ਪਰ ਸਵਾਲ ਇਹ ਹੁੰਦਾ ਕਿ ਇੱਕ ਗੰਭੀਰਤਾ ਦੀ ਗੱਲ ਹੈ। ਤੁਸੀਂ 21 ਫਰਵਰੀ ਨੂੰ ਕਹਿ ਰਹੇ ਹੋ ਕਿ ਅਸੀਂ ਜੁਰਮਾਨੇ ਕਰ ਦਾਂਗੇ ਜੇ ਬੋਰਡਾਂ ਤੇ ਨਾ ਲਿਖੇ, ਪ੍ਰਾਈਵੇਟ ਬੋਰਡ ਵੀ ਬਦਲੋ, ਬਾਕੀ ਵੀ। ਉਹ ਭਾਈ ਸਾਹਿਬ, ਉਹ ਤਾਂ ਬੜਾ ਵੱਡਾ ਇੱਕ ਸਿਸਟਮ ਹੈ ਤੁਹਾਡਾ। ਉੱਥੇ ਇੱਕ ਛੋਟਾ ਜਿਹੀ ਜਗ੍ਹਾ ਨਹੀਂ ਮਿਲ ਰਹੀ ਦਿੱਲੀ ਚ ਤੁਹਾਨੂੰ ਕਿਤਾਬਾਂ ਦੇ ਸਟਾਲ ਦੇ ਵਾਸਤੇ, ਔਰ ਫਿਰ ਦਿੱਲੀ ਦੇ ਵਿੱਚ ਵੀ ਤੁਹਾਡੀ ਉਹ ਸਰਕਾਰ ਹੈ। ਦੋ ਜਗ੍ਹਾ ਇੱਕ ਸਰਕਾਰ ਹੈ, ਜਿੱਥੇ BJP ਇਹ ਕਰ ਰਹੀ ਹੈ, ਉੱਥੇ ਨਾਲ ਦੀ ਨਾਲ ਦਿੱਲੀ ਦੀ ਸਰਕਾਰ ਇਹ ਦਖਲ ਕਿਉਂ ਨਹੀਂ ਦੇ ਰਹੀ? ਜਿਹੜੇ ਰੋਜ਼ ਬੋਲਦੇ ਨੇ, ਰੋਜ਼ ਟਵੀਟ ਕਰਦੇ ਨੇ, ਅੱਜ ਤੱਕ ਟਵੀਟ ਵੀ ਕਿਉਂ ਨਹੀਂ ਹੋਇਆ ਕਿ ਦਿੱਲੀ ਦੀ ਪੰਜਾਬੀ ਅਕਾਦਮੀ ਦਾ ਵੀ ਸਟਾਲ ਕਿਉਂ ਨਹੀਂ ਲੱਗਣ ਦਿੱਤਾ ਜਾ ਰਿਹਾ? ਅੱਜ ਤਾਂ 25 ਤਰੀਕ ਆਉਣੀ ਹੈ। ਉਹ ਪਹਿਲਾਂ ਹੀ ਕਿਹਨੇ, ਜੇ ਤੁਸੀਂ ਉਹਨੂੰ ਕਿਹਾ ਸੀ ਤੁਸੀਂ ਆਓ, ਤੇ ਕਿੱਥੇ ਚਲਾ ਗਿਆ ਉਹ? ਤੇ ਇਸ ਲਈ ਦੋ ਚੀਫ ਮਿਨਿਸਟਰ ਮਿਲ ਕੇ ਜਿਨ੍ਹਾਂ ਦੀ ਦਾਅਵੇਦਾਰੀ ਹੈ ਪੰਜਾਬੀਆਂ ਤੇ ਕਿ ਜੀ ਅਸੀਂ ਤਾਂ ਪੰਜਾਬੀਆਂ ਨੂੰ ਤਾਂ ਸਾਨੂੰ ਮਾਣ ਹੈ ਬਹੁਤ ਦਿੱਤਾ ਹੈ। ਤੁਸੀਂ ਵੀ ਬੋਰਡ ਦੇ ਰੂਪ ਦੇ ਵਿੱਚ ਪੰਜਾਬੀਆਂ ਨੂੰ ਤੇ ਪੰਜਾਬੀ ਨੂੰ ਮਾਣ ਦਿਓਗੇ ਕਿ ਨਹੀਂ ਮਾੜਾ ਮੋਟਾ, ਜੇਕਰ ਉਸ ਤਰੀਕੇ ਦਾ ਹੈ? ਔਰ ਕਈ ਵਾਰ ਇਹ ਹੁੰਦਾ ਕਿ ਉਹ ਕਹਿਣੀ ਤੇ ਕਰਨੀ ਦਾ ਜਿਹੜਾ ਗੈਪ ਬਹੁਤ ਵੱਡਾ ਦਿਖਾਈ ਦੇ ਰਿਹਾ ਨਾ, ਔਰ ਉਹਦੇ ਕਰਕੇ ਹੀ ਮੇਰੇ ਖਿਆਲ ਹੈ ਇਹ ਵੀ ਇੱਕ ਟੈਸਟ ਕੇਸ ਹੋਏਗਾ। ਕਿਉਂ ਭਗਵੰਤ ਮਾਨ ਫੋਨ ਚੱਕ ਕੇ ਨਹੀਂ ਉੱਥੇ ਜਾ ਕੇ NPT ਦੇ ਚੇਅਰਮੈਨ ਨੂੰ ਜਾਂ ਜਿਹੜਾ ਵੀ ਮਿਨਿਸਟਰੀ ਆ ਉਹਨੂੰ ਫੋਨ ਕਰਦੇ ਕਿ ਭਾਈ ਸਾਹਿਬ ਇਹ ਕਿਉਂ ਹੋ ਰਿਹਾ? ਕਿਉਂ ਕੇਜਰੀਵਾਲ ਨਹੀਂ ਕਰਦੇ ਉੱਥੇ ਜਾ ਕੇ ਵੀ ਆ ਕਿਉਂ ਹੋ ਰਿਹਾ? ਕਿਉਂ ਮਨਜਿੰਦਰ ਸਿਰਸੇਵਾਣੀ ਜਿਹੜੇ ਹਰ ਗੱਲ ਤੇ BJP ਚ ਲੈ ਜਾਂਦੇ ਨੇ ਬੰਦਿਆਂ ਨੂੰ, ਤਾਂ ਚੱਕ ਕੇ ਕਹਿੰਦੇ ਨੇ ਜੀ ਕੋਆਰਡੀਨੇਟਰ ਨੇ। ਤੇ ਜਦੋਂ ਕਿਸਾਨ ਅੰਦੋਲਨ ਚ ਵੀ ਉਹ ਕਹਿੰਦੇ ਸੀ ਕਿ ਮੈਂ ਪੰਜਾਬੀ ਤੇ ਜ਼ਮੀਨ, ਮੈਂ ਕਿਸਾਨੀ ਨਾਲ ਜੁੜਿਆ, ਤਾਂ ਤੁਸੀਂ ਪੰਜਾਬੀ ਨਾਲ ਵੀ ਜੁੜੇ ਹੋਵੋਗੇ ਕਿਤੋਂ ਜੀ? ਕਿਉਂ ਅਮਿਤ ਸ਼ਾਹ ਨੂੰ ਜਾ ਕੇ ਨਹੀਂ ਕਹਿੰਦੇ ਜਿੱਥੇ ਤੱਕ ਤੁਹਾਡੀ ਅਪਰੋਚ ਹੈ ਕਿ ਹਾਂ ਜਾ ਕੇ ਜੀ ਆਪਾਂ ਤਾਂ ਇਹ ਕਰਨਾ ਤਾਂ ਲਾਜ਼ਮੀ ਹੈ। ਔਰ ਮੈਨੂੰ ਇਹ ਲੱਗਦਾ ਜੇ ਸਾਰਿਆਂ ਚ ਥੋੜੀ ਬਹੁਤ ਵੀ ਇੱਕ ਹਿਲਜੁਲ ਹੋਵੇ ਤਾਂ ਸਟਾਲ ਜ਼ਰੂਰ ਲੱਗਣਾ ਚਾਹੀਦਾ, ਨਹੀਂ ਤਾਂ ਇਹ ਮੰਨਿਆ ਜਾਏਗਾ ਕਿ ਲੋਕ ਨਹੀਂ ਇਕੱਲੇ ਸੌਂਗੇ, ਸਾਰੇ ਲੀਡਰ ਵੀ ਸੁੱਤੇ ਪਏ ਨੇ, ਸਰਕਾਰਾਂ ਵੀ ਪੰਜਾਬੀ ਦੇ ਅਗੇਂਸਟ ਵੀ ਸੁੱਤੀਆਂ ਪਈਆਂ। ਤੁਹਾਡਾ ਮਤਲਬ ਅਗਲਿਆਂ ਨੇ ਪਾਣੀ ਮਾਪੇ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਨੰਬਰ ਤੇ ਇਹ ਪ੍ਰੋਗਰਾਮ ਭੇਜਾਂਗੇ। ਅਸੀਂ ਕਦੇ ਨਹੀਂ ਇਸ ਤਰ੍ਹਾਂ ਕੀਤਾ, ਸਾਲਾਂ ਦੇ ਸਾਲ ਹੋ ਗਏ, ਕਦੀ ਆਪਣੇ ਕਿਸੇ ਪ੍ਰੋਗਰਾਮ ਨੂੰ ਕਿਸੇ ਨੂੰ ਭੇਜਿਆ ਨਹੀਂ। ਇਹ ਲਿੰਕ ਭੇਜਾਂਗੇ ਅਸੀਂ। ਜਿਹੜੇ ਇਕਬਾਲ ਸਿੰਘ ਲਾਲਪੁਰਾ ਨੇ ਔਰ ਜਾਖੜ ਸਾਹਿਬ ਨੇ, ਮਨਜਿੰਦਰ ਸਿੰਘ ਸਿਰਸਾ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਉਹ ਲਗਾਤਾਰ ਸਾਨੂੰ ਸੁਣਦੇ ਰਹਿੰਦੇ ਆ। ਉਹਨਾਂ ਨੂੰ ਕਵਾਂਗੇ ਤੁਸੀਂ ਕਿਤਾਬਾਂ ਲਿਖੀਆਂ, ਹਿਸਟਰੀ ਲਿਖੀ ਆ, ਤੁਹਾਡੀ ਵੀ ਕਿਤਾਬ ਉੱਥੇ ਕੋਈ ਡਿਸਪਲੇ ਹੋ ਜਾਊਗੀ। ਇਹ ਸਾਰੇ ਬੰਦਿਆਂ ਨੂੰ, ਔਰ ਕੋਸ਼ਿਸ਼ ਕਰਾਂਗੇ ਭਗਵੰਤ ਮਾਨ ਸਾਹਿਬ ਨੂੰ ਵੀ ਨਿੱਜੀ ਤੌਰ ਤੇ ਭੇਜ ਦਈਏ। 10-20 ਵੱਡੇ ਕਲਾਕਾਰਾਂ ਨੂੰ ਭੇਜਦੇ ਆ ਜਿਨ੍ਹਾਂ ਨਾਲ ਭਗਵੰਤ ਮਾਨ ਸਾਹਿਬ ਦਾ ਬਹਿਣਾ ਉੱਠਣਾ ਹੈ। ਇਹ ਵੇਖਣ ਵਾਲੀ ਗੱਲ ਆ ਵੀ ਜੇ ਇਹ ਸਰਨਾ ਨਾ ਹੋਇਆ ਸਿੱਧੂ ਸਾਹਿਬ, ਫਿਰ ਪੰਜਾਬੀਆਂ ਦੇ ਲੱਤਾਂ 'ਚ ਦਮ ਨਾ ਹੋਣ ਵਾਲੀ ਗੱਲ ਸੱਚੀ ਨਿਕਲੂ। ਹੁਣ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਜੇ ਦਿਨ ਹੈਗੇ ਨੇ, ਔਰ ਇਹ ਸਾਡੀ ਸਿਆਸੀ ਲੀਡਰਸ਼ਿਪ ਦਾ, ਸਾਡੀਆਂ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਦਾ ਤੇ ਅਜਿਹੇ ਹੋਰ ਆਲੰਬਰਦਾਰਾਂ ਦੇ ਲਈ ਕਿ ਉਹ ਕਿੰਨੇ ਕੁ ਗੰਭੀਰ ਨੇ, ਕਿੰਨਾ ਕੁ ਉਹ ਆਪਣੀ ਗੱਲ ਨੂੰ ਲੋਕਾਂ ਦੀ ਗੱਲ ਦੇ ਨਾਲ ਜੋੜ ਕੇ ਉਹ ਇਸ ਦੇ ਉੱਪਰ ਲਾਮਬੰਦੀ ਕਰ ਸਕਦੇ ਆ ਕਿ ਸਮਾਂ ਰਹਿੰਦਿਆਂ ਕਰੈਕਟਿਵ ਐਕਸ਼ਨ ਲਿਆ ਜਾਵੇ, ਰੈਮੀਡੀਅਲ ਐਕਸ਼ਨ ਲਿਆ ਜਾਵੇ। ਇਹ ਜਿਹੜੀ ਆਰਬਿਟਰੇਰੀ ਲੈਵਲ ਦੇ ਉੱਪਰ ਜਿਹੜਾ ਪੰਜਾਬੀ ਨੂੰ ਬਾਹਰ ਕੀਤਾ ਗਿਆ, ਉਹ ਜਿਸ ਪੱਧਰ ਤੇ ਵੀ ਹੋਇਆ ਕਿ ਜੇ ਅਸੀਂ ਇਸ ਨੂੰ ਇਸ ਵਾਰ ਠੀਕ ਕਰਵਾ ਲੈਨੇ ਆ ਤਾਂ ਅਗਾਂਹ ਦੇ ਲਈ ਇਹਨਾਂ ਦੀ ਹਿੰਮਤ ਨਹੀਂ ਪਏਗੀ ਕਿ ਪੰਜਾਬੀ ਦੇ ਬਾਬਤ ਇਸ ਤਰ੍ਹਾਂ ਦੇ ਨਾਲ ਇਹ ਸੌਖਿਆਂ ਹੀ ਮੌਜ ਨਾਲ ਹੀ ਆਪਣੇ ਪੱਧਰ ਦੇ ਉੱਪਰ ਫੈਸਲਾ ਕਰਕੇ ਹੀ ਇਹਨੂੰ ਲਾਂਭੇ ਕਰ ਸਕਣ। ਇਹਨੂੰ ਸਮਾਂ ਰਹਿੰਦਿਆਂ ਇਹਦੇ ਉੱਪਰ ਪੰਜਾਬ ਸਰਕਾਰ ਵੀ, ਦਿੱਲੀ ਸਰਕਾਰ ਵੀ, ਦਿੱਲੀ ਪ੍ਰਬੰਧਕ ਕਮੇਟੀ ਵੀ ਤੇ ਹੋਰ ਸਿਆਸੀ ਧਿਰਾਂ ਵੀ, ਇਹ ਸਾਰਿਆਂ ਦਾ ਮੁੱਦਾ ਹੈ। ਔਰ ਮੈਂ ਸਮਝਦਾ ਕਿ ਇਹ ਪੰਜਾਬ ਦੀ ਭਾਸ਼ਾ ਹੈ, ਜੋ ਕੋਈ ਵੀ ਭਾਸ਼ਾ ਹੈ ਉਹ ਕਿਸੇ ਸੱਭਿਆਚਾਰ ਦੀ, ਉਹਨਾਂ ਦੇ ਲੋਕਾਂ ਦੀ ਨੁਮਾਇੰਦਾ, ਉਹਨਾਂ ਦਾ ਚਿਹਰਾ ਹੁੰਦੀ ਆ। ਉਹ ਅਸੀਂ ਇਹਦੇ ਜ਼ਰੀਏ ਜਾਣੇ ਜਾਂਦੇ ਹਾਂ, ਔਰ ਉਹਦੇ ਲਈ ਇੱਥੇ ਆਪਣੀ ਲੈਜੀਟੀਮੇਟ ਸਪੇਸ ਦੇ ਲਈ ਜਿਹੜੀ ਮਿਲਦੀ ਰਹੀ ਹੈ, ਇਹਦਾ ਕੀ ਕਾਰਨ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਦੇ ਪਹਿਲਾਂ ਹੁੰਦਾ ਰਿਹਾ ਇਸ ਵਾਰ ਉਹਨੂੰ ਡਿਨਾਈ ਕਰਨ ਦਾ ਕੋਈ ਕਾਰਨ ਤੇ ਹੋਵੇ। ਉਹ ਕਿਤੇ ਪੇਪਰ ਤੇ ਹੈ ਕਿ ਕੀ ਉਹਨੂੰ ਸਿਰਫ ਇੱਕ ਜ਼ੁਬਾਨੀ ਕਲਾਮੀ ਤੌਰ ਦੇ ਉੱਪਰ ਹੀ ਅੱਗੇ ਲੈ ਆਂਦਾ ਗਿਆ? ਤੇ ਜੇ ਇੰਜ ਕਰਕੇ ਫੈਸਲੇ ਹੋਣੇ ਨੇ
ਤਾਂ ਫਿਰ ਇਹ ਬਾਕੀ ਜਿਹੜੇ ਮਾਈਨੋਰਿਟੀ ਕਮਿਸ਼ਨ ਹੈ, ਜਿਹੜਾ ਮਾਈਨੋਰਿਟੀ ਐਜੂਕੇਸ਼ਨਲ ਇੰਸਟੀਟਿਊਸ਼ਨ ਵਾਲਾ ਕਮਿਸ਼ਨ ਹੈ, ਜਿਹੜੀਆਂ ਸਾਡੀਆਂ ਹੋਰ ਸੰਸਥਾਵਾਂ ਨੇ ਦਿੱਲੀ ਦੇ ਵਿੱਚ ਬੈਠੀਆਂ ਹੋਈਆਂ, ਇਹ ਮਤਲਬ ਫਿਰ ਅਸੀਂ ਇਹ ਰੂਬਰੂ ਕਰਵਾਉਣ ਜੋ ਗਈ ਇਹਦਾ ਮਤਲਬ ਵੀ ਸਾਡੇ ਘੇਰੇ 'ਚ ਇੰਨਾ ਕੁ ਕੰਮ ਹੁੰਦਾ ਰਹੇ, ਬਾਕੀ ਠੀਕ ਹੈ ਜਿਹੜਾ ਨੇ ਵੇਖਣਾ ਉਹ ਵੇਖ ਲੈਣ। ਸਾਬਕਾ ਵਾਈਸ ਚਾਂਸਲਰ ਜਸਪਾਲ ਸਿੰਘ ਉੱਥੇ ਬੈਠੇ ਨੇ, ਉਹ ਵੀ ਮੇਰੇ ਖਿਆਲ ਕਿਸੇ ਘੱਟ ਗਿਣਤੀ ਅਦਾਰਿਆਂ ਦੇ ਵਿੱਚ ਕਾਫੀ ਅੱਛੀ ਜਗ੍ਹਾ ਤੇ ਨੇ। ਅਸੀਂ ਸਮਝਾਂਗੇ ਕਿ ਮੌਕਾ ਹੈ, ਹੁਣ ਤੁਸੀਂ ਆਪਣੀ ਸੈਂਟਰਲ ਸੱਤਾ ਨੂੰ ਥੋੜਾ ਨੌਕ ਕਰਕੇ ਦੇਖੋ, ਕਦੇ ਕਦੇ ਸੈਕਰੀਫਾਈਸ ਕਰ ਦੇਣੇ ਚਾਹੀਦੇ ਉਹਦੇ, ਜੇ ਨਾ ਕੋਈ ਮੰਨੇ। ਸਰਦਾਰ ਹਮੀਰ ਸਿੰਘ ਜੀ, ਮੇਰਾ ਨਹੀਂ ਖਿਆਲ ਕਿ ਇਸ ਮਾਮਲੇ ਦੇ ਵਿੱਚ ਅਸੀਂ ਇੰਨੇ ਅਸਮਰਥ ਹਾਂ ਸਾਰੇ ਜਿੰਨੇ ਪੰਜਾਬੀ ਹੈਗੇ ਆ ਕਿ ਇਹ ਆਪਣੀ ਜੰਗ ਨਾ ਜਿੱਤ ਸਕੀਏ। ਕੱਲ ਇਸੇ ਵੇਲੇ ਫਿਰ ਗੱਲ ਕਰਾਂਗੇ 24 ਘੰਟਿਆਂ ਬਾਅਦ, ਜੇਕਰ ਨਹੀਂ ਹੁੰਦਾ ਵੱਖਰੀ ਗੱਲ ਆ, ਸਾਡਾ ਕੀ ਨੇ ਅਸਰ ਲੈਣਾ, ਪਰ ਨਗਾਰਖਾਨੇ 'ਚ ਤੂਤੀ ਵੱਜਦੀ ਰਹਿਣੀ ਚਾਹੀਦੀ ਆ। ਸਰਦਾਰ ਹਮੀਰ ਸਿੰਘ ਜੀ, ਅੱਗੇ ਚੱਲਦੇ ਆ। ਮਾਮਲਾ ਪੰਜਾਬ ਸਰਕਾਰ ਦੇ ਵਿੱਚ ਬੇਚੈਨੀਆਂ ਦਾ ਹੈ। ਮੁੱਖ ਮੰਤਰੀ ਔਰ ਪ੍ਰਸ਼ਾਸਨਿਕ ਮੁਖੀ ਵੀਕੇ ਜੰਜੂਆ ਸਾਹਿਬ ਦੀ ਕ੍ਰੈਡੀਬਿਲਿਟੀ ਦਾ ਵੀ ਹੈ, ਰਿਸ਼ਤਿਆਂ ਦਾ ਵੀ ਹੈ। 4 ਹੋਰ IAS ਅਫਸਰ 2008 ਬੈਚ ਦੇ ਕਾਰਤਿਕ ਅਡੱਪਾ, ਰੂਪਾਂਜਲੀ ਉਹਨਾਂ ਦੀ ਸ਼ਰੀਕੇ ਹਯਾਤ ਨੇ, ਅਭਿਨਵ ਤਿਰਖਾ ਤੇ ਪ੍ਰਦੀਪ ਅਗਰਵਾਲ, ਇਹਨਾਂ 4 ਲੋਕਾਂ ਨੇ ਕੇਂਦਰ 'ਚ ਜਾਣ ਦੀ ਇੱਛਾ ਜ਼ਾਹਰ ਕੀਤੀ। ਮੈਂ ਪਿਛਲੇ ਦਿਨਾਂ 'ਚ ਦੱਸਿਆ ਸੀਗਾ ਕਿ ਆਪਣੀ ਸਰਕਾਰ ਨੇ ਚੁੱਪ ਚਪੀਤੇ ਇੱਕ ਫਰਮਾਨ ਜਾਰੀ ਕੀਤਾ ਅਨਰਿਟਨ, ਜਿਹਦੇ 'ਚ ਕਿਹਾ ਗਿਆ ਕਿ ਕਿਸੇ ਨੂੰ NOC ਨਹੀਂ ਦੇਣੀ, ਆਰਾਮ ਨਾਲ ਕੰਮ ਕਰੋ। ਪਰ ਅਫਸਰ ਨੇ ਕਿ ਚਾਹੁੰਦੇ ਨੇ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਨਿਕਲ ਜਾਈਏ। ਆਖਰ ਇਹ ਵਿਸ਼ਵਾਸਯੋਗਤਾ, ਇਹ ਆਪਸੀ ਰਿਸ਼ਤੇ, ਪਰਸਪਰ ਸਨਮਾਨ ਕਿੱਥੇ ਚਲੇ ਗਿਆ? ਆਖਰ ਬੇਚੈਨੀ ਕਿਉਂ? ਸਾਰੀਆਂ ਗੱਲਾਂ ਸਰਦਾਰ ਹਮੀਰ ਸਿੰਘ ਮੇਰੇ ਨਾਲ ਜ਼ਿਕਰ ਕਰ ਰਹੇ ਸੀ ਕਿ ਇੱਕ ਹੋਮ ਮਿਨਿਸਟਰੀ ਦਾ, ਸੈਂਟਰਲ ਹੋਮ ਮਿਨਿਸਟਰੀ ਦਾ ਪੱਤਰ ਹੈ ਜਿਹਦੇ ਵਿੱਚ ਲਿਖਿਆ, ਸਟੇਟਾਂ ਨੂੰ ਲਿਖਿਆ ਕਿ ਸਾਨੂੰ IPS ਅਫੀਸਰ ਜਿਹੜੇ ਸਟੇਟ ਕੇਡਰ ਦੇ ਵਿੱਚੋਂ ਕੇਂਦਰੀ ਪੂਲ ਚ ਆਉਣੇ ਹੁੰਦੇ ਆ ਉਹ ਨਹੀਂ ਮਿਲ ਰਹੇ, ਸਾਨੂੰ ਭੇਜੋ। 2 ਪਹਿਲੂ ਨੇ, ਦੋਵਾਂ ਪਹਿਲੂਆਂ ਨੂੰ ਇਕੱਠੇ ਐਡਰੈਸ ਕਰ ਦਿਓ ਸਰਦਾਰ ਹਮੀਰ ਸਿੰਘ ਜੀ। ਅਸਲ 'ਚ ਤਾਂ ਲੰਮੇ ਸਮੇਂ ਤੋਂ ਤਾਂ ਪੰਜਾਬ ਦੇ IPS ਤੇ IAS ਜਾਣਾ ਹੀ ਨਹੀਂ ਸੀ ਚਾਹੁੰਦੇ, ਕਿਉਂਕਿ ਦਿੱਲੀ ਦੇ ਉੱਥੇ ਜਾ ਕੇ ਛੋਟੇ ਜਿਹੇ ਕਮਰੇ 'ਚ ਬੈਠਣਾ ਤੇ ਫਿਰ ਕੰਮ ਕਰਨਾ। ਇੱਥੇ ਏਡੇ ਏਡੇ ਵੱਡੇ ਦਫ਼ਤਰ ਸੀ ਤੇ ਚੰਡੀਗੜ੍ਹ ਵਰਗਾ ਸ਼ਹਿਰ ਹੈ ਰਹਿਣ ਨੂੰ ਤੇ ਜਵਾਕ ਪੜ੍ਹਾਉਣ ਨੂੰ, ਵੱਡੀਆਂ ਕਈ ਡਿਪਾਰਟਮੈਂਟਾਂ ਦਾ ਚਾਰਜ ਹੁੰਦਾ ਤੇ ਕਾਰਾਂ ਪੂਰਾ ਵੀ ਵਾਧੂ ਮਿਲ ਜਾਂਦੀਆਂ ਨੇ ਇੱਧਰ ਉੱਧਰ ਦੀਆਂ, ਤੇ ਉਹ ਕੌਣ ਜਾ ਕੇ ਰਾਜੀ ਸੀ। ਪਰ ਇਹਨਾਂ ਦਿਨਾਂ 'ਚ ਥੋੜਾ ਜਿਹਾ ਨਾ ਇੱਕ ਗੱਲਬਾਤ ਇਹ ਨਹੀਂ ਪਤਾ ਲੱਗ ਰਹੀ ਕਿ ਅਸੀਂ, ਚੀਫ ਸੈਕਟਰੀ ਸਾਡਾ ਬੌਸ ਹੈ, ਚੀਫ ਮਿਨਿਸਟਰ ਸਾਡਾ ਬੌਸ ਹੈ, ਜਾਂ ਦਿੱਲੀ 'ਚ ਬੈਠਾ ਕੇਜਰੀਵਾਲ ਜਾਂ ਰਾਘਵ ਚੱਡਾ ਸਾਡਾ ਬੌਸ ਹੈ। ਬੌਸ ਕੌਣ ਹੈ, ਮਤਲਬ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ, ਬੜਾ ਪੰਗਾ ਹਜੇ ਤੱਕ ਚੱਲ ਰਿਹਾ। ਤੇ ਕਾਫੀ ਜ਼ਿਆਦਾ ਫਿਰ ਉਹ ਜਿਹੜੇ ਇੰਪੈਨਲਡ ਹੋ ਗਏ ਉਹ ਬੜਾ ਜ਼ੋਰ ਅਜਮਾਈ ਕਰ ਰਹੇ ਨੇ ਵੀ ਕਿਤੇ ਨਾ ਕਿਤੇ NOC ਮਿਲ ਜੇ। ਪਿੱਛੇ ਰਜਤ ਅਗਰਵਾਲ ਦਾ ਆਪਾਂ ਗੱਲ ਕੀਤੀ ਹੈ ਕਿ ਚੀਫ ਮਿਨਿਸਟਰ ਤੋਂ NOC ਮਿਲੀ ਹੋਈ 10 ਦਿਨ ਤੱਕ 8 ਦਿਨ ਤੱਕ ਚੀਫ ਸੈਕਟਰੀ ਦੇ ਦਫ਼ਤਰ ਪਈ ਰਹਿੰਦੀ ਹੈ, ਫਿਰ ਉੱਪਰੋਂ ਕਿਤੋਂ ਜਾ ਕੇ ਮਿਲਣ ਦੀ ਉਹਨੂੰ ਤਾਕੀਦ ਹੁੰਦੀ ਹੈ, ਉਹ ਮਿਲ ਕੇ ਆਇਆ ਤੇ ਮਿਲ ਕੇ ਆਉਣ ਤੋਂ ਬਾਅਦ ਉਹ ਕਲੀਅਰ ਹੁੰਦੀ ਹੈ ਤਾਂ ਚੀਫ ਮਿਨਿਸਟਰ ਦੀ ਪਾਵਰ ਕਿੱਥੇ ਹੈ ਤੇ ਬਾਕੀ ਦੇ ਕਿੱਥੇ ਨੇ, ਫਿਰ ਉਹਦੇ ਤੋਂ ਕਲੀਅਰ ਹੋ ਜਾਂਦਾ ਸਾਰੀਆਂ ਚੀਜ਼ਾਂ। ਤਾਂ ਉਹ ਜਾਣ ਗਈ ਔਰ ਜਾ ਰਹੇ ਨੇ। ਮੈਨੂੰ ਲੱਗਦਾ ਕਿ ਇੱਕ ਗੱਲ ਤਾਂ ਉਹ ਹੁੰਦੀ ਹੈ ਕਿ ਜਿਹੜੀ ਇਸ ਪੱਧਰ ਤੇ ਹੁੰਦੀ ਹੈ ਕਿ ਉੱਥੇ ਅਸੀਂ ਪੂਰੇ ਦੇ ਪੂਰੇ, ਸਾਡੇ 40 ਦੀ ਸਟਰੈਂਥ ਹੈ ਦਿੱਲੀ ਦੇ ਵਿੱਚ IAS ਅਫਸਰਾਂ ਦੀ ਕਿ ਜਾਣੇ ਚਾਹੀਦੇ ਨੇ ਸਮੇਂ ਤੇ ਇੰਪੈਨਲ, ਔਰ ਜੇ ਉਹ ਚੱਜ ਦੇ ਰੂਪ ਚ ਮੋਟੀਵੇਟ ਹੋ ਕੇ ਜਾਣ ਤਾਂ ਉਹ ਸਟੇਟ ਦਾ ਫਾਇਦਾ ਵੀ ਕਾਫੀ ਕਰ ਸਕਦੇ ਨੇ, ਕਿਉਂਕਿ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਚੰਗੀਆਂ ਪੋਸਟਾਂ ਤੇ ਹੁੰਦੇ ਨੇ ਕਿ ਕਿਹੜੀ ਸਕੀਮ ਸਟੇਟ ਨੂੰ, ਕਿਹੜੀ ਕਿੱਥੇ। ਬਲਕਿ ਚੀਫ ਮਿਨਿਸਟਰ ਇਹ ਗੱਲਾਂ ਕਰਦੇ ਨੇ ਕਿ ਜਿਹੜਾ ਪੰਜਾਬ ਦੇ ਨਾਲ ਰਿਲੇਟਡ ਕੋਈ ਡਿਪਾਰਟਮੈਂਟ ਜ਼ਿਆਦਾ ਨੇ, ਮਿਨਿਸਟਰੀਆਂ, ਉੱਥੇ ਭੇਜੇ ਜਾਣ, ਆਪਣਾ ਸੂਕ ਉੱਪਰ ਵਰਤ ਕੇ ਵੀ ਕਿ ਇੱਥੇ ਲਾ ਦਿਓ ਤਾਂ ਕਿ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਜਿਵੇਂ ਜੈ ਸਿੰਘ ਗਿੱਲ ਵਰਗੇ ਬੜੇ FCI ਦੇ ਚੇਅਰਮੈਨ ਰਹੇ ਬੜੀ ਦੇਰ, ਕੋਈ ਹੋਰ ਵੱਖ-ਵੱਖ ਪੰਜਾਬ ਕੇਡਰ ਦੇ ਲੋਕ ਰਹੇ ਜਿਨ੍ਹਾਂ ਦਾ ਪੰਜਾਬ ਨਾਲ ਕੰਸਰਨ ਹੁੰਦਾ। ਪਰ ਜੇ ਕੰਸਰਨ ਹੀ ਕੋਈ ਨਾ ਹੋਵੇ, ਤੁਸੀਂ ਧੱਕੇ ਨਾਲ NOC ਇੱਧਰ ਉੱਧਰ ਨਾ ਦਿੰਦੇ ਹੋ ਨਾ, ਨਹੀਂ, ਉਹ ਖਿੱਚ ਕੇ ਬੈਠਾ ਹੋਊਗਾ ਉੱਥੇ, ਤੁਸੀਂ ਕਹੋਗੇ ਪੰਜਾਬ ਦਾ ਕੰਮ ਕਰੋ ਤੇ ਉਹ ਕਹਿਣਗੇ ਕਿਹੜਾ ਪੰਜਾਬ, ਮੈਂ ਤਾਂ ਉੱਥੋਂ ਮੁਸ਼ਕਲ ਨਾਲ ਭੱਜਿਆ ਤੇ ਮੇਰਾ ਤਾਂ ਕੋਈ ਗੱਲ ਨਹੀਂ ਹੈ। ਮਤਲਬ ਕਿ ਟੀਮ ਦੀ ਹੁੰਦੀ ਹੈ ਤੇ ਟੀਮ ਦਾ ਇਹ ਸਵਾਲ ਹੈ। ਦੂਸਰਾ IPS ਅਫਸਰਾਂ ਦਾ ਸਵਾਲ ਹੈ। IPS 'ਚ 220 ਜਿਹੜੀਆਂ 17 ਐਸੀਆਂ ਸੰਸਥਾਵਾਂ ਨੇ ਸੈਂਟਰਲ ਲੈਵਲ ਦੀਆਂ, ਚਾਹੇ ਉਹ CRP, BSF, ITBP, ਡਿਫਰੈਂਟ ਟਾਈਪ ਦੀਆਂ, ਜਿੱਥੋਂ 220 IPS ਅਫਸਰ ਜਿਨ੍ਹਾਂ ਤੇ ਲੱਗਦੇ ਨੇ ਤੇ 220 ਦਾ ਰਿਜ਼ਰਵ ਕੇਡਰ ਹੈ ਜਿਹੜਾ ਸਟੇਟਾਂ ਤੋਂ ਆਉਣਾ, 37 ਪੰਜਾਬ ਦੇ ਨੇ ਉਹਦੇ 'ਚ ਚਾਹੀਦੇ ਨੇ, 37 ਦਾ ਕੇਡਰ ਹੈ ਸਾਡਾ, ਤੇ ਉਹਦੇ 'ਚੋਂ ਅੱਜ ਤੱਕ ਕੇਵਲ 17 ਗਏ ਹੋਏ ਨੇ ਜੀ। ਇੱਕ ਰਾਜ ਚੀਫ ਨੇ ਜਿਹੜੇ ਸਮੰਤ ਕੁਮਾਰ ਗੋਇਲ, ਉਹ ਰਿਟਾਇਰ ਹੋ ਗਏ ਸੀ ਪਿਛਲੇ ਸਾਲ 30 ਜੂਨ ਨੂੰ, ਹੁਣ ਅਗਲੀ 30 ਜੂਨ ਤੱਕ 1 ਸਾਲ ਦੀ ਐਕਸਟੈਂਸ਼ਨ ਤੇ ਨੇ, ਤੇ ਬਾਕੀ 16 ਹੋਰ ਨੇ, ਤੇ ਅਜੇ 2 ਹੀ ਵਿਲੰਗ ਨੇ ਜਾਣ ਨੂੰ IPS ਚੋਂ। ਦੇਖੋ 2 ਗੱਲਾਂ ਇਹਨਾਂ ਦੇ ਵਿੱਚੋਂ ਸਰਦਾਰ ਹਮੀਰ ਸਿੰਘ ਜੀ, ਇਹਨਾਂ ਦੇ ਵਿੱਚੋਂ ਦਿਨਕਰ ਗੁਪਤਾ NIA ਦੇ ਚੀਫ ਨੇ ਔਰ ਦੂਜੇ IPS
ਮੇਰੇ ਖਿਆਲ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਕੇਡਰ ਤੇ ਨਹੀਂ ਗਏ, ਉਹਨਾਂ ਨੂੰ ਵੀ ਏਡੀਜੀਪੀ ਲਾਇਆ ਹੋਇਆ, ਇੰਡੀਅਨ ਇੰਡੋ ਤਿੱਬਤ ਬਾਰਡਰ ਪੁਲਿਸ ਫੋਰਸ ਦਾ। ਆਈਟੀਬੀਪੀ ਚ ਲਾਇਆ ਹੋਇਆ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਉਹਦੇ ਚ ਇਹ ਹੈ ਕਿ ਆਈਪੀਐਸ ਘੱਟ ਹੀ ਜਾ ਕੇ ਉਸ ਬੰਦੇ 123 ਨੇ ਸਾਡੇ ਕੋਲ ਇੱਥੇ, ਉਹ ਚੋਂ 37 ਭੇਜਣੇ ਨੇ, ਤੇ ਉਹ 37 ਦੇ ਵਿੱਚੋਂ ਅਜੇ 2 ਹੀ ਵਿਲਿੰਗ ਨੇ ਕਹਿੰਦੇ, ਤੇ ਬਾਕੀ 20 ਜਿਹੜੇ ਬੈਠੇ ਨੇ 18 ਉਹ ਅਜੇ ਕਿਉਂ ਗੱਦੀ ਸਾਡੇ, ਉਹਨੂੰ ਸਰਕਾਰ ਨੂੰ ਭੇਜਣਾ ਚਾਹੀਦਾ ਹੋ ਜੇ ਸੰਸਥਾਵਾਂ ਚ ਵੀ ਐਡਜਸਟ ਕਰਨ। ਸਾਡਾ ਟਾਪ ਹੈਵੀ ਹੈ, ਸਾਡੇ ਡੀਜੀਪੀ ਕਿੰਨੇ ਨੇ, ਏਡੀਜੀਪੀ ਕਿੰਨੇ ਨੇ, ਬਾਕੀ ਦੇ ਲੋਕ ਹੋਰ ਜਿਹੜੇ ਆਈਜੀ ਕਿੰਨੇ ਨੇ, ਵਾਧੂ ਇੱਥੇ ਉੱਪਰਲਾ ਢਾਂਚਾ ਜਿਹੜਾ ਇੰਨਾ ਭਾਰੀ ਹੋ ਗਿਆ, ਹੇਠਾਂ ਲੱਤਾਂ ਭਾਰ ਨਹੀਂ ਚੱਲਦੀਆਂ, ਉਹਨਾਂ ਨੂੰ ਕਿਉਂ ਪੰਜਾਬ ਸਰਕਾਰ ਨਹੀਂ ਭੇਜਣਾ ਚਾਹੁੰਦੀ ਔਰ ਭੇਜ ਸਕਦੀ। ਜਿਹੜਾ ਮਾੜਾ ਮੋਟਾ ਪੈਸੇ ਬਚਾਉਣ ਦੀ ਗੱਲ ਕਰਦੇ ਨੇ, ਕਿਤੇ ਤਾਂ ਕੇਂਦਰ ਤੋਂ ਤਨਖਾਹ ਮਿਲੇ ਇੰਨੇ ਬੰਦਿਆਂ ਨੂੰ, 20 ਬੰਦਿਆਂ ਨੂੰ, ਉਹ 2-2 2.5 ਲੱਖ ਵਾਲੇ ਨੇ ਸਾਰੇ, ਥੋੜੇ ਵਾਲੇ ਨਹੀਂ ਹੈ ਜਿਹੜੇ ਬਾਕੀ ਉਸ ਲੈਵਲ ਤੇ ਨੇ। ਇਹ ਵੀ ਕਾਰਗੁਜ਼ਾਰੀ ਦਾ ਕੁਐਸਚਨ ਹੈ ਪੰਜਾਬ ਦੀ ਸਰਕਾਰ ਦਾ, ਜੋ ਕਰਨਾ ਚਾਹੁੰਦੇ ਨੇ, ਔਰ ਜਿੰਨਾ ਸਾਡਾ ਕੋਟਾ ਹੈ ਉਸ ਕੋਟੇ ਦੇ ਲਿਹਾਜ਼ ਨਾਲ ਪੰਜਾਬ ਨੂੰ ਫਾਇਦਾ ਵੀ ਹੋ। ਹੁਣ ਤਾਂ NIA ਆ ਗਈ ਹੈ ਜੀ, ਛਾਪੇ ਵੀ ਉਹ ਮਾਰ ਰਹੀ ਹੈ, ਕੋਈ ਪੰਜਾਬ ਕੇਡਰ ਦੇ ਅਫਸਰ ਹੋ ਜਾਣਗੇ, 4 ਜਾਣੇ ਬੰਦੀ ਜਾਨ ਛਡਾ ਲੈਣਗੇ ਆਪਣੀ ਮਾੜੀ ਮੋਟੀ, ਜਿਹਨਾਂ ਦੇ ਛਾਪੇ ਪੈਂਦੇ ਨੇ, ਨਹੀਂ ਤਾਂ ਫਿਰ ਉਸੇ ਲੈਵਲ ਦਾ ਕੰਮ ਚੱਲੂਗਾ। ਦੇਖੋ ਤੁਸੀਂ ਨਾ, ਮੈਨੂੰ ਲੱਗਦਾ ਵੀ ਸਿਆਪਾ ਪਾ ਦੇਣਾ, ਚੰਗੀਆਂ ਭਲੀਆਂ ਸਾਡੀਆਂ ਸਾਂਝਾਂ ਨੇ। ਮੈਨੂੰ ਕਈ ਵੱਡੇ ਅਫਸਰਾਂ ਨੇ ਨੌਕ ਕਰਕੇ ਕਹਿਣਾ ਕਿ ਤੁਹਾਡੇ ਢਿੱਡ ਦੁਖਦਾ ਜੇ ਅਸੀਂ ਇੱਥੇ ਬੈਠੇ ਆ, ਤੁਸੀਂ ਸਾਨੂੰ ਕੇਂਦਰ 'ਚ ਭੇਜ ਕੇ ਕਾਹਤੋਂ ਖੁਸ਼ ਜੇ। ਇਹ ਨਾ ਹੋਵੇ ਮੁੱਖ ਮੰਤਰੀ ਕਵੇ ਲਿਸਟ ਬਣਾਓ ਕਿਹੜੇ ਕਿਹੜੇ ਭੇਜਣੇ ਜਿਨ੍ਹਾਂ ਨਾਲ ਬਣਦੀ ਨਹੀਂ, ਇਹ ਨਾ ਹੋਵੇ ਸਮਰੱਥ ਬੰਦੇ ਭੇਜਣ ਦੀ ਬਜਾਏ ਉਹ ਭੇਜੋ ਜਿਹੜੇ ਸੂਤ ਨਹੀਂ ਆਉਂਦੇ। ਸਰਦਾਰ ਸੁਮੇਲ ਸਿੰਘ ਸਿੱਧੂ ਜੀ, ਮੈਨੂੰ ਮੇਰੇ ਸਕਿਪ ਕਰ ਗਿਆ ਬ੍ਰੇਨ ਚੋਂ, ਮੈਨੂੰ ਇਹਨਾਂ ਦਿਨਾਂ 'ਚ ਕਿਸੇ ਨੇ ਕਹਾਣੀ ਸੁਣਾਈ ਕਿ ਬਿਹਾਰ ਦੇ ਮੁੱਖ ਮੰਤਰੀ, ਉਹਨਾਂ ਨੇ ਪੈਂਤੜਾ ਅਖਤਿਆਰ ਕੀਤਾ ਕਿ ਜਿਹੜੇ ਸਾਡੇ ਬਿਹਾਰ ਕਾਡਰ ਦੇ ਅਫਸਰ ਕੇਂਦਰ 'ਚ ਬੈਠੇ ਆ, ਉਹਨਾਂ ਨਾਲ ਥੋੜੇ ਅਰਸੇ ਬਾਅਦ ਕੋਈ ਡਿਨਰ ਦਾ, ਕੋਈ ਲੰਚ ਦਾ, ਕੋਈ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਡਿਊਟੀ ਲਾਤੀ ਵੀ ਮੈਂ ਜਦੋਂ ਵੀ ਦਿੱਲੀ 'ਚ ਹੋਵਾਂ ਤੇ ਸਾਰੇ ਆਪਣੇ ਉੱਥੇ ਜਿੰਨੇ ਡੈਪੂਟੇਸ਼ਨ ਤੇ ਬੰਦੇ ਆ ਸ਼ਾਮ ਨੂੰ ਮੇਰੇ ਨਾਲ ਰੋਟੀ ਖਾਣ, ਤੇ ਉਹ ਜਦੋਂ ਵੀ ਸਟੇਟ 'ਚ ਵਾਪਸ ਆਉਣ ਉਹਨਾਂ ਦਾ ਪ੍ਰਬੰਧ ਮੇਰੇ CM ਹਾਊਸ ਵਿੱਚ ਜਾਂ ਮੇਰੇ ਦਫ਼ਤਰ 'ਚ ਕਰਾਓ, ਮੈਂ ਮਿਲਣਾ ਚਾਹੁੰਦਾ। ਉਹਨਾਂ ਸਾਰਿਆਂ ਦੀ ਡਿਊਟੀ ਲਾਤੀ ਵੀ ਜਿੰਨੀਆਂ ਕੇਂਦਰੀ ਸਕੀਮਾਂ ਨੇ ਉਹਨਾਂ ਸਾਰੀਆਂ ਦੇ ਵਿੱਚ ਬਿਹਾਰ ਲਈ ਕੀ ਫਾਇਦਾ ਕਰਾ ਸਕਦੇ ਹੋ ਤੁਸੀਂ, ਆਪਣੀ ਮੈਨੂੰ ਰਿਪੋਰਟ ਪੇਸ਼ ਕਰਿਆ ਕਰੋ। ਤੁਸੀਂ ਸਾਡੇ ਬੰਦੇ ਹੋ, ਸੈਂਟਰਲੀ ਤੇ ਤੁਹਾਨੂੰ ਅਸੀਂ ਵੈਸੇ ਭੇਜਿਆ। ਔਰ ਪਤਾ ਲੱਗਿਆ ਵੀ ਜਿੰਨਾ ਕੁ ਪੈਸਾ ਵੱਖ-ਵੱਖ ਕੇਂਦਰੀ ਸਕੀਮਾਂ ਚੋਂ ਉਹ ਲੈ ਕੇ ਗਏ ਉਸ ਦੌਰ ਦੇ ਵਿੱਚ, ਇਹ ਬੜਾ ਅਹਿਮ ਸਵਾਲ ਆ। ਨਾ ਸਾਡੇ ਰਾਜ ਸਭਾ ਵਾਲੇ ਮੈਂਬਰ, ਨਾ ਸਾਡੇ ਲੋਕ ਸਭਾ ਵਾਲੇ ਬੋਲਣ, ਨਾ ਸਾਡੇ ਅਫਸਰ। ਇੱਥੇ ਸੁਖਬੀਰ ਸਿੰਘ ਸੰਧੂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਰਹੇ, ਇੱਥੇ ਹਾਈਵੇ ਆਉਣਾ ਸੀਗਾ ਐਕਸਪ੍ਰੈਸ ਵੇ, ਉਹ ਕਰਤਾਰਪੁਰ ਤੋਂ ਸਿੱਧਾ ਇੱਧਰ ਲੈ ਗਏ ਕਟੜਾ ਨੂੰ, ਉਹਦੇ ਵਿੱਚ ਰੌਲਾ ਰੱਪਾ ਪਾ ਕੇ ਉਹਨੂੰ ਵਾਇਆ ਅੰਮ੍ਰਿਤਸਰ ਫਿਰ ਕਰਾਉਣ ਦੇ ਵਿੱਚ ਸੁਖਬੀਰ ਸਿੰਘ ਸੰਧੂ ਦਾ ਰੋਲ ਬੜਾ ਵੱਡਾ ਸੀ। ਜੇ ਉਹ ਚੇਅਰਮੈਨ ਉੱਥੇ ਬੈਠੇ ਸੀ, ਬਾਬੇ ਬਕਾਲੇ ਵੱਲਦੇ ਸੀ, ਉਹਨਾਂ ਤੇ ਕਈ ਅਸੀਂ ਮਿਹਣੇ ਮਾਰੇ, ਮੰਨ ਗਏ, ਕੋਈ ਆਪਣਾ ਮਾਰੂ ਛਾਵੇਂ ਸੁੱਟੂ। ਸਰਦਾਰ ਸਿੱਧੂ ਸਾਹਿਬ ਮੈਨੂੰ ਦੱਸਿਓ ਵੀ ਜੇ ਬਿਹਾਰ ਵਾਲੇ ਤੇ ਬਾਕੀ ਸਟੇਟਾਂ ਵਾਲੇ ਆਪਣੇ ਅਫਸਰਾਂ ਨੂੰ ਏਦਾਂ ਵਰਤ ਲੈਂਦੇ ਆ, ਸਾਡੇ ਵਾਲੇ ਤੇ ਬਗਾਨੇ ਹੀ ਹੋ ਜਾਂਦੇ, ਅਸੀਂ ਉਹਨਾਂ ਨਾਲ ਕੰਡ ਕਰ ਲੈਂਦੇ, ਉਹ ਸਾਡੇ ਵੱਲ ਕਰ ਲੈਂਦੇ ਆ। ਇੱਥੇ ਤਰ੍ਹਾਂ ਟਿੱਪਣੀ ਦਿਓ, ਤੁਹਾਡਾ ਅਨੁਭਵ ਦਿੱਲੀ ਦਾ ਵਾਹਵਾ ਹੈ। ਮੇਰਾ ਅਨੁਭਵ ਤੇ ਜਿਹੜੀ ਤੁਸੀਂ ਸਪੈਸੀਫਿਕ ਇੱਕ ਗੱਲ ਤੇ ਚਰਚਾ ਕਰ ਰਹੇ ਹੋ ਇਹਦੇ ਬਾਰੇ ਮੇਰਾ ਘੱਟ ਹੈ, ਪਰ ਇੱਥੋਂ ਇੱਕ ਗੱਲ ਦਾ ਇਹ ਪਤਾ ਲੱਗਦਾ ਹੈ ਕਿ ਜਿਹੜੀ ਸਾਡੀ ਸੰਜੀਦਗੀ ਹੈ ਪੰਜਾਬ ਦੇ ਬਾਬਤ, ਉਹਦਾ ਜਿਹੜਾ ਅਸਰ ਹੈ ਉਹ ਕਿਸੇ ਇੱਕ ਅੱਧੇ ਸ਼ੋਬੇ ਦੇ ਉੱਪਰ ਨਹੀਂ ਰਹਿੰਦਾ। ਤੇ ਦੂਜੀ ਗੱਲ ਇਹ ਹੈ ਕਿ ਉਹ ਇਹ ਨਹੀਂ ਹੈ ਕਿ ਇੱਕ ਪਾਸੇ ਹੈਗੀ ਹੈ ਤੇ ਦੂਜੇ ਪਾਸੇ ਹੈ ਨਹੀਂ ਗੀ। ਆਪਾਂ ਪੰਜਾਬੀ ਦੀ ਗੱਲ ਪਹਿਲਾਂ ਕੀਤੀ ਹੈ ਤੇ ਆਪਾਂ ਕੱਲ ਹੀ ਉਹ ਮਾਤ ਭਾਸ਼ਾ ਦਿਵਸ ਮਨਾਇਆ, ਹੋਰ ਸਾਰਾ ਕੁਝ ਕੀਤਾ। ਅੱਜ ਇਹ ਖਬਰ ਹੈ ਤੇ ਪਤਾ ਕਰਦੇ ਆ ਕਿ ਇੱਥੇ ਕਿੰਨੀ ਕੁ ਦਿਸਦੀ ਹੈ। ਇਹ ਤੇ ਵਾਕਈ ਜਿਹੜੀ ਹਮੀਰ ਹੁਣਾਂ ਨੇ ਗੱਲ ਆਖੀ ਕਿ ਇਹਦੇ ਤੇ ਕਿਹੜਾ ਕੋਈ ਪੈਸਾ ਲੱਗਦਾ ਫੋਨ ਕਰਨ ਦੇ ਉੱਪਰ ਜਾਂ ਉੱਥੇ 10 ਬੰਦੇ ਜਾਂ ਇੱਕ ਚਿੱਠੀ ਕੱਢਣ ਦੇ ਉੱਪਰ। ਤੇ ਜੇ ਅਸੀਂ ਇੰਨੀਆਂ ਰੂਟੀਨ ਚੀਜ਼ਾਂ ਨੂੰ ਲੈ ਕੇ ਵੀ ਇੱਕ ਕਿਸਮ ਦੀ ਸੰਜੀਦਗੀ, ਹਜੇ ਵੀ ਦਿਨ ਹੈਗੇ ਨੇ ਸ਼ਾਇਦ ਦਿਖਾਈ ਜਾਵੇ, ਮੈਂ ਆਸ ਕਰਦਾ, ਪਰ ਜੇ ਅਸੀਂ ਨਹੀਂ ਦਿਖਾ ਪਾ ਰਹੇ, ਜ਼ੁਬਾਨ ਦੇ ਸੰਸਥਾਵਾਂ ਦੇ ਉੱਪਰ ਜੇ ਨਹੀਂ ਕਰ ਪਾ ਰਹੇ, ਤਾਂ ਆਪਾਂ ਜਿੱਥੇ ਇਹ ਗੱਲ ਕਰ ਰਹੇ ਹਾਂ ਉੱਥੇ ਤੇ ਮਸਲੇ ਇਸ ਤੋਂ ਕਿਤੇ ਵੱਡੇ ਸਕੇਲ ਦੇ ਨੇ, ਜਿੱਥੇ ਕਿ ਇਹਨਾਂ ਚੀਜ਼ਾਂ ਨੂੰ ਠੱਪ ਕਰਨ ਦੇ ਲਈ ਜਾਂ ਪੰਜਾਬ ਨੂੰ ਇਹਦਾ ਬਣਦਾ ਹਿੱਸਾ ਨਾ ਮਿਲ ਸਕੇ, ਇਹਦੇ ਉੱਪਰ ਤੇ ਇੱਕ ਬਕਾਇਦਾ ਸਿਸਟਮੈਟਿਕ ਕੰਮ ਕੀਤਾ ਜਾਂਦਾ ਹੈ। ਤੇ ਜੇ ਅਸੀਂ ਇੱਥੇ ਤੇ ਹਜੇ ਇੱਕ ਆਰਬਿਟਰਰੀ ਐਕਸ਼ਨ ਹੈ ਜਿੱਥੇ ਕਿ ਰੱਸਾਕਸ਼ੀ ਨੇ ਕਿਤੇ ਨਾ ਕਿਤੇ ਵੱਧ ਕੇ ਹੁੰਦੀ ਹੈ ਇਸ ਗੱਲ ਦੇ ਉੱਪਰ ਕਿ ਤੁਸੀਂ ਇੱਕ ਇੰਚ ਦੇ ਲਈ ਲੜਦੇ ਹੋ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਇੱਕ ਬੇਵਾਸਤਗੀ, ਜਿਹੜਾ ਇੱਕ ਐਡਹੌਕਿਜ਼ਮ, ਜਿਹੜਾ ਇੱਕ ਹਰ ਗੱਲ ਨੂੰ ਇੱਕ ਬੜੇ ਤੂੰ ਮੈਂ ਦੇ ਸਟਾਈਲ ਦੇ ਵਿੱਚ ਹੀ ਕਰਨਾ ਹੈ ਔਰ ਬੜੇ ਸ਼ਾਰਟ ਟਰਮ ਦੇ ਲਈ ਅਸੀਂ ਕੋਈ ਗੱਲ ਕਰਦੇ ਹਾਂ,
ਹਜੇ ਜਿੰਨਾ ਚਿਰ ਤੱਕ ਅਸੀਂ ਪੰਜਾਬ ਦੇ ਜਿਹੜੇ ਪ੍ਰਸ਼ਾਸਨਿਕ ਢਾਂਚੇ ਦੀਆਂ ਜਿਹੜੀਆਂ ਤਰਜੀਹਾਂ ਨੇ, ਪਹਿਲੀ ਗੱਲ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜੇ ਆਪਣੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਨਿੱਜੀ ਤਰਜੀਹਾਂ ਵੀ ਨੇ, ਹਜੇ ਤੇ ਉਸੇ ਨੂੰ ਹੀ ਕਿਤੇ ਨਾ ਕਿਸੇ ਲਿਹਾਜ਼ ਦੇ ਨਾਲ ਕਿਸੇ ਗੁਣੀਏ 'ਚ ਨਹੀਂ ਲਿਆਂਦਾ ਜਾ ਪਾ ਰਿਹਾ। ਜਿਹੜਾ ਜਾ ਕੇ ਆਪਣੇ ਕਾਡਰ ਦਾ ਤੁਹਾਡਾ ਅਫਸਰ ਕੇਂਦਰ ਸਰਕਾਰ ਦੇ ਮਹਿਕਮੇ 'ਚ ਚਲਾ ਜਾ ਰਿਹਾ ਹੈ, ਜਿਹੜਾ ਕਿ ਹੁਣ ਤੁਹਾਡੇ ਸਿੱਧੇ ਕੰਟਰੋਲ ਤੋਂ ਵੀ ਬਾਹਰ ਹੈ, ਉਹਨੂੰ ਕਿਸ ਹੱਦ ਤੱਕ ਅਸੀਂ ਕਿਸੇ ਧਾਰਾ ਦੇ ਵਿੱਚ ਲਿਆ ਸਕਾਂਗੇ ਕਿ ਪੰਜਾਬ ਦੀ ਗੱਲਬਾਤ ਇੱਥੇ ਬਿਹਤਰ ਸੁਣੀ ਜਾਵੇ। ਮੈਨੂੰ ਇਸ ਗੱਲ ਦੇ ਬਾਬਤ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਬੇਵਾਸਤਗੀ ਦੇ ਬਾਵਜੂਦ ਇਸ ਦੇ ਉੱਪਰ ਕੋਈ ਜਨਤਕ ਸੰਵਾਦ ਨਹੀਂ ਹੈ। ਮੀਡੀਆ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ, ਬੜੀਆਂ ਇਨਫੋਰਮਡ ਗੱਲ ਨੂੰ ਵੀ ਤੁਸੀਂ ਜਿਵੇਂ ਇੱਥੇ ਰੱਖ ਰਹੇ ਹੋ, ਇਹਦੀ ਮੈਂ ਸ਼ਲਾਘਾ ਵੀ ਕਰਦਾ ਕਿ ਸਾਡੇ ਪਬਲਿਕ ਸਫੀਅਰ ਦੇ ਵਿੱਚ ਵੀ ਅਸੀਂ ਗੰਭੀਰ ਬਹਿਸਾਂ ਨੂੰ ਤੱਥਮੂਲਕ ਅੰਕੜਿਆਂ ਦੇ ਨਾਲ ਤੇ ਇੱਕ ਪਰਿਪੇਖ ਦੇ ਵਿੱਚ ਜ਼ਿਆਦਾਤਰ ਸਾਡੇ ਪੱਤਰਕਾਰ ਇਸ ਕਾਬਿਲ ਨਹੀਂ ਰਹੇ ਹੈਗੇ ਕਿ ਉਹ ਇਸ ਕਿਸਮ ਦੀ ਗੱਲ ਨੂੰ ਰੱਖ ਸਕਣ ਤੇ ਇਹਦੇ ਉੱਪਰ ਇੱਕ ਚਰਚਾ ਤੋਰ ਕਰ ਸਕਣ। ਮੈਨੂੰ ਉੱਥੋਂ ਇਸ ਗੱਲ ਦੀ ਸੰਭਾਵਨਾ ਇਹ ਲੱਗਦੀ ਹੈ ਕਿ ਇਹ ਸਾਡੀਆਂ ਆਪਣੀਆਂ ਨਾਕਾਮੀਆਂ ਦੇ ਹੁਣ ਕਿਤੇ ਨਾ ਕਿਤੇ ਬੜੇ ਕਨਸੈਂਟਰੇਟਿਡ ਇਫੈਕਟ ਨੇ ਜਿਹੜੇ ਸਾਹਮਣੇ ਆ ਰਹੇ ਨੇ ਕਿ ਫੰਡਾਮੈਂਟਲਸ ਦੇ ਉੱਪਰ ਇੱਕ ਅਫਸਰ ਪੰਜਾਬ ਦੇ ਵਿੱਚ ਕੰਮ ਨਹੀਂ ਕਰਨਾ ਚਾਹ ਰਹੇ। ਏਡਾ ਵੱਡਾ ਬੈਕਲੌਗ ਜੰਮਿਆ ਹੋਇਆ, ਉਹ ਇੱਕ ਜਿਵੇਂ ਅਮੀਰ ਹੁਣਾਂ ਨੇ ਦੁਬਾਰਾ ਇਸ ਗੱਲ ਦੇ ਵੱਲ ਇਸ਼ਾਰਾ ਕੀਤਾ ਕਿ ਜੇ ਉਹ ਇੰਨੇ ਬੇਗਾਨੇ ਇੱਥੇ ਮਹਿਸੂਸ ਕਰਦੇ ਨੇ ਤੇ ਉਹ ਪੰਜਾਬ ਦੇ ਸਰੋਕਾਰਾਂ ਦੇ ਨਾਲ ਵੀ ਕਿਵੇਂ ਜੁੜ ਸਕਣਗੇ। ਮੈਂ ਸਮਝਦਾ ਕਿ ਅਸੀਂ ਅਜਿਹੀਆਂ ਤਰਾਸਦੀਆਂ ਨੂੰ ਖੁੰਝਾਏ ਹੋਏ ਵਕਤਾਂ ਨੂੰ ਅਸੀਂ ਹੁਣ ਕੋਈ ਬਹੁਤੀ ਗੱਲ ਮੰਨ ਕੇ ਰਾਜ਼ੀ ਨਹੀਂ ਵੀ ਇਹ ਤਾਂ ਚਲੋ ਹੁੰਦਾ ਰਹਿੰਦਾ, ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਨੇ, ਤਾਂ ਹਰ ਰੋਜ਼ ਦਾ ਬਿਆਨ ਦੇਣ ਦਾ ਕੰਮ ਹੈ, ਵਿਤਕਰਾ ਹੋ ਰਿਹਾ ਜੀ, ਸਾਡੇ ਹੱਕ ਦਿੱਤੇ ਜਾਣ। ਪਰ ਸਾਡੀ ਸਿਆਸਤ ਦੇ ਵਿੱਚ ਜਦੋਂ ਵੋਟਾਂ ਮੰਗੀਆਂ ਜਾਂਦੀਆਂ ਨੇ ਤੇ ਜਦੋਂ ਲੋਕ ਵੋਟ ਪਾਉਂਦੇ ਵੀ ਨੇ, ਉਦੋਂ ਇਹਨਾਂ ਮਸਲਿਆਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਉੱਥੇ। ਔਰ ਮੈਂ ਇਸ ਮਤਲਬ ਨੀਤੀ ਦੇ ਉੱਪਰ ਤੇ ਮੈਂ ਅੱਜ ਤੱਕ ਵੋਟ ਪੈਂਦੀ ਦੇਖੀ ਨਹੀਂ, ਜਦੋਂ ਦਾ ਕਾਫੀ ਪਿਛਲੀਆਂ 25-30 ਸਾਲਾਂ ਤੋਂ। ਗੁੱਸੇ 'ਚ ਭਾਵੇਂ ਪਾ ਲਈਏ, ਰੋਹ 'ਚ ਭਾਵੇਂ ਪਾ ਲਈਏ, ਪਰ ਉਹ ਕਿਸੇ ਚਰਚਾ ਦੇ ਵਿੱਚੋਂ ਨਿੱਤਰ ਕੇ ਆਇਆ ਹੋਵੇ ਤਾਂ ਉਹਦੇ ਨਾਲ ਮੈਂ ਇਹ ਸਮਝਦਾ ਬਈ ਸਰਕਾਰਾਂ ਦੇ ਉੱਪਰ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਨੀਤੀਆਂ ਦੇ ਕ੍ਰਿਟਿਸਿਜ਼ਮ ਦੇ ਉੱਪਰ ਮੱਥਾ ਮਾਰਨ ਦੇ ਨਾਲੋਂ ਦੂਜਿਆਂ ਦੇ ਉੱਪਰ ਉਂਗਲਾਂ ਚੁੱਕ ਕੇ ਤੇ ਉਹਨਾਂ ਦੇ ਗੁਨਾਹਾਂ ਦਾ ਵੇਰਵਾ ਦੇ ਕੇ ਅਸੀਂ ਸ਼ਾਇਦ ਬਿਹਤਰ ਕੰਮ ਕਰ ਸਕਦੇ ਹਾਂ। ਇਹ ਸਾਡਾ ਸਾਰਾ ਸਮਾਜ ਕਿਤੇ ਨਾ ਕਿਤੇ ਇਹਦੇ ਜਿਹੜੇ ਤੁਸੀਂ ਗਧੀ ਗੇੜ ਦਾ ਪਹਿਲਾਂ ਜ਼ਿਕਰ ਕੀਤਾ ਕਿ ਗਧੀ ਗੇੜ ਸਾਨੂੰ ਇਹ ਸਾਂਝਾ ਹੀ ਪਿਆ ਹੋਇਆ ਸਾਰਿਆਂ ਨੂੰ। ਮੈਨੂੰ ਹਜੇ ਇੰਨੀ ਗੱਲ ਸੋਚੀ ਹੈ। ਸੰਜੀਦਾ ਚਰਚਾਵਾਂ ਦੀ ਗੈਰ ਹਾਜ਼ਰੀ ਅਣਹੋਂਦ ਕਰਕੇ ਸਾਡਾ ਜਿਹੜਾ ਜਨਮਾਨਸ ਦਾ ਮਨ ਹੈ ਉਹ ਇਸ ਲੜਾਈ 'ਚ ਉਲਝਾਤਾ ਜਾਂਦਾ, ਪਿੰਡਾਂ ਦੀਆਂ ਧੜੇਬੰਦੀਆਂ 'ਚ, ਇੱਕ ਦੂਜੇ 'ਚ ਦੋਸ਼ ਪ੍ਰਤੀ ਦੋਸ਼। ਹੁਣ ਅਸੀਂ ਨਿੱਜੀ ਲੈਵਲ ਤੇ ਵੀ ਲਏ ਆ ਕਿਉਂਕਿ ਮੋਟੇ-ਮੋਟੇ ਦੋਸ਼ਾਂ ਨੂੰ ਲੋਕ ਵੀ ਆ ਖਾ ਗਿਆ, ਇੱਥੇ ਵੀ ਨਹੀਂ, ਹੁਣ ਅਸੀਂ ਨਿੱਜੀ ਆ ਗਿਆ। ਸਾਡੇ ਲੋਕਾਂ ਦਾ ਲੈਵਲ ਸੁਣਨ ਦਾ ਹੁਣ ਆ ਗਿਆ ਵੀ ਹੁਣ ਕਿਹੜਾ ਟੰਗਿਆ ਗਿਆ, ਅਸੀਂ ਹੁਣ ਉਸ ਜਗ੍ਹਾ ਤੇ ਆ ਗਏ। ਮੈਂ ਉਸ ਦੌਰ ਨੂੰ ਯਾਦ ਕਰਾਂ, ਮਹਿੰਦਰ ਸਿੰਘ ਰੰਧਾਵਾ ਜਦੋਂ ਸੈਂਟਰ 'ਚ ਜਾਂਦੇ ਸੀ ਪੰਜਾਬੀ ਵਜੋਂ ਜਾਂਦੇ, ਜਦੋਂ ਮਨੋਹਰ ਸਿੰਘ ਗਿੱਲ ਸੈਂਟਰ 'ਚ ਸੀ ਪੰਜਾਬੀ ਵਜੋਂ ਸੀ। ਅੱਜ ਦੇ ਦਿਨ ਦੇ ਵਿੱਚ ਪੰਜਾਬੀ ਮਾਮਲੇ ਨੂੰ ਵੀ ਐਵੇਂ ਹੀ ਦੇਖ ਰਿਹਾ ਕਿ ਸਾਡਾ ਕੋਈ ਸਮਰੱਥ ਅਫਸਰ ਹੁੰਦਾ, ਇੱਥੇ ਕਹਿਣ ਦੀ ਮੁੱਖ ਮੰਤਰੀ ਨੂੰ ਕੀ ਲੋੜ ਸੀ, ਦਿੱਲੀ 'ਚ ਬੈਠੇ ਕਿਸੇ ਅਧਿਕਾਰੀ ਨੂੰ ਫੋਨ ਮਾਰ ਕੇ ਕਹਿੰਦੇ ਕਿ ਸਰ ਦੇਖਿਓ ਜ਼ਰਾ ਤੁਹਾਡੇ ਉੱਥੇ ਪਰੇ ਨੈਸ਼ਨਲ ਬੁੱਕ ਟਰਸਟ ਵਿੱਚ ਆ ਹੋ ਰਿਹਾ, ਉੱਥੇ ਕੌਣ IAS ਲੱਗਿਆ, ਕੌਣ ਆ ਉੱਥੇ ਅਧਿਕਾਰੀ, ਉਹਦੇ ਨਾਲ ਗੱਲ ਕਰੋ, ਕਿਉਂ ਜ਼ਰੂਰਤ ਪਏ ਕਿਸੇ ਦੀ, ਉਹਨੂੰ ਕਿਉਂ ਆਪਣੇ ਲਈ ਸਿਆਪਾ ਕਿਉਂ ਖੜਾ ਕਰਦਾ ਹੈ, ਪੰਜਾਬੀ ਇਕੱਠੇ ਹੋ ਕੇ ਆ ਜਾਣਗੇ। ਸਮਰੱਥ ਬੰਦੇ ਕਿੱਥੇ ਗਏ, ਇਹ ਬੜਾ ਵੱਡਾ ਸਵਾਲ ਹੈ। ਸਰਦਾਰ ਹਮੀਰ ਸਿੰਘ ਜੀ, ਆਖਰੀ ਗੱਲ ਕਰਕੇ ਤੁਹਾਡੇ ਤੋਂ ਹੀ ਖਤਮ ਕਰ ਦਿਆਂਗੇ। ਮੈਨੂੰ ਲੱਗਦਾ ਇਸ਼ਤਿਹਾਰਾਂ ਵਾਲੀ ਗੱਲ ਰਹਿਣ ਦਈਏ, ਅਸੀਂ 35ਵੇਂ ਮਿੰਟ 'ਚ ਦਾਖਲ ਹੋ ਗਏ ਆ, ਇਸੇ ਉੱਤੇ ਹੀ ਆਖਰੀ ਟਿੱਪਣੀ ਦਿਓ, ਉਹਨੂੰ ਅਗਲੇ ਸੈਗਮੈਂਟ ਲਈ ਲੈ ਜਾਂਦੇ ਆ, ਦੱਸਿਓ ਜਰਾ। ਅਸਲ ਦੇ ਵਿੱਚ ਇਹਦੇ 'ਚ ਠੀਕ ਹੈ ਕਿ ਸਾਡਾ ਦੋਹਰਾ ਸਮੱਸਿਆ ਸਾਡੇ ਸਾਹਮਣੇ। ਇੱਕ ਤਾਂ ਜਿਹੜੀ ਗਰੋਥ ਹੈ, ਜਿਹੜੀ ਇੱਕ ਪ੍ਰਤੀਬੱਧਤਾ ਹੁੰਦੀ ਹੈ, ਕਮਿਟਮੈਂਟ ਹੁੰਦੀ ਹੈ ਸਟੇਟ ਨਾਲ, ਕਾਜ ਨਾਲ, ਆਪਣੀ ਵਿਰਾਸਤ ਨਾਲ, ਉਹ ਵੀ ਨਹੀਂ। ਦੂਜੀ ਕਾਬਲੀਅਤ ਦਾ ਕੁਐਸਚਨ ਵੀ ਹੈ। ਮੈਨੂੰ ਲੱਗਦਾ ਜਿਹੜੇ ਨਾਮ ਤੁਸੀਂ ਲਏ ਨੇ ਤੇ ਉਹਦਾ ਕਾਬਲੀਅਤ ਦੇ ਬੰਦੇ ਵੀ ਤਾਂ ਪੈਦਾ ਕਰਨੇ ਹੋਣਗੇ ਜੇ ਉਹਨਾਂ ਨੇ ਉਹ ਸਟੈਂਡ ਲੈਣਾ, ਨਹੀਂ ਤਾਂ ਅੱਜ ਕੱਲ੍ਹ ਉਹੀ ਡਰੀ ਜਾਂਦੇ ਨੇ। ਉੱਥੇ ਦਿੱਲੀ 'ਚ ਬੈਠੇ ਕਈ ਅਫਸਰ ਹੋਣਗੇ ਜਿਹੜੇ ਇਸੇ ਕਰਕੇ ਡਰਦੇ ਨੇ ਵੀ ਨਹੀਂ ਜੇ ਕੱਲਾ ਪੰਜਾਬ ਨਾਲ ਜੁੜ ਗਿਆ, ਜੇ ਮੈਨੂੰ ਸਿੱਖ ਕਹਿਤਾ, ਜੇ ਮੈਨੂੰ ਕੱਲਾ ਪੰਜਾਬੀ ਕਹਿਤਾ, ਪਤਾ ਨਹੀਂ ਮੇਰੇ ਤੇ ਤਾਂ ਕੋਈ ਉਲਟਾ ਮੇਰੇ ਨਾਲ ਨਾਰਾਜ਼ਗੀ ਹੋ ਜਾਏਗੀ। ਇਹ ਵੀ ਇੱਕ ਅੰਦਰ ਜਿਹੜੀ ਹੀੜ ਭਾਵਨਾ ਲੈ ਕੇ ਬੈਠਾ ਬੰਦਾ ਹੁੰਦਾ ਨਾ, ਉਹ ਨਹੀਂ ਉੱਡੇ ਜੋਗਾ ਹੁੰਦਾ ਕਿ ਉਹ ਹਰ ਪਲੇਟਫਾਰਮ ਤੇ ਖੜ ਕੇ ਆਪਣੀ ਗੱਲ ਕਰ ਸਕੇ। ਔਰ ਉਹ ਬੰਦੇ ਕਿਵੇਂ ਪੈਦਾ ਕਰਨੇ ਨੇ, ਉਹ ਬੰਦੇ ਇੱਕ ਜਰਖੇਜ਼ ਜ਼ਮੀਨ 'ਚ ਔਰ ਉਹ ਇੱਕ ਸੰਵਾਦ 'ਚੋਂ ਪੈਦਾ ਹੁੰਦੇ ਨੇ।
ਭਾਵੇਂ ਗੁਰੂ ਨਾਨਕ ਦੀ ਧਰਤੀ ਜਿੱਥੇ ਅਸੀਂ ਕਹਿੰਦੇ ਆ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਹੁਣ ਤਾਂ ਕਹਿਣਾ ਸੁਣਨਾ ਤਾਂ ਬੰਦ ਹੀ ਹੋ ਗਿਆ। ਕਿਤੇ ਕਿਤੇ ਸੱਥਾਂ 'ਚ ਬੈਠ ਕੇ ਗੱਪਸ਼ਪ ਜਾਂ ਆਲੇ ਦੁਆਲੇ ਜਿੱਥੇ ਵੀ ਚੀਜ਼ਾਂ ਸੀ, ਜਦੋਂ ਕਹਿਣ ਸੁਣਨੀ ਬੰਦ ਹੈ ਤਾਂ ਉਹ ਦਿਮਾਗ ਦੀ ਚੱਕਰੀ ਕਿਵੇਂ ਘੁੰਮਣੀ ਹੈ, ਉਹਦਾ اخلاق ਪੈਦਾ ਕਿਵੇਂ ਹੋਣਾ, ਉਹਦਾ ਕਿਰਦਾਰ ਪੈਦਾ ਕਿਵੇਂ ਹੋਣਾ, ਉਹ ਬਹੁਤ ਵੱਡਾ ਸੰਕਟ ਹੈ ਅਸਲ ਦੇ ਵਿੱਚ। ਔਰ ਕਹਿਣ ਨੂੰ ਪਹਿਲਾਂ ਵਾਲੇ ਬੰਦੇ ਐਂ ਲੱਗਦੇ ਸੀ ਵੀ ਕੁਰਸੀ ਤੋਂ ਵੱਡੇ ਬੰਦੇ ਨੇ, ਅਸਲ 'ਚ ਕੁਰਸੀ ਛੋਟੀ ਹੈ। ਹੁਣ ਐਂ ਲੱਗਦਾ ਬੰਦੇ ਨੂੰ ਛਾਲ ਮਾਰ ਕੇ ਕੁਰਸੀ ਤੇ ਬੈਠਣਾ ਪੈ ਰਿਹਾ ਤੇ ਬੰਦਾ ਉਹਦੇ ਜੋਗਾ ਹੈ ਨਹੀਂ ਹੈ ਜਿੱਡੀ ਵੱਡੀ ਕੁਰਸੀ ਤੇ ਬੈਠਾ ਹੈ। ਇਹ ਵੀ ਪੰਜਾਬ ਨੂੰ ਸੋਚਣਾ ਪਏਗਾ ਕਿ ਆਪਣੇ ਵੱਖ-ਵੱਖ ਪੋਸਟਾਂ ਤੇ ਜਾਣ ਵਾਲੇ ਬੰਦੇ, ਯੂਨੀਵਰਸਿਟੀਆਂ 'ਚ ਪੜ੍ਹਾਉਣ ਵਾਲੇ ਪ੍ਰੋਫੈਸਰ, ਸਕੂਲਾਂ 'ਚ ਭੇਜਣ ਵਾਲੇ ਟੀਚਰ, ਪੱਤਰਕਾਰਾਂ ਦੇ ਵਿੱਚ ਭੇਜਣ ਵਾਲੇ ਲੋਕ, ਉਹਨਾਂ ਦੀ ਸਕੂਲਿੰਗ ਕਿਵੇਂ ਹੋਣੀ ਹੈ, ਉਹ ਕਿਵੇਂ ਆਪੋ ਆਪਣੀ ਜ਼ਿੰਮੇਵਾਰੀ ਆਪੋ ਆਪਣਾ ਸਿਸਟਮ ਨਿਭਾ ਸਕਣਗੇ ਪੂਰਾ। ਉਹਦੇ ਨਾਲ ਹੀ ਕੋਈ ਕੌਮ ਬਣਦੀ ਹੈ ਨਾ, ਕੋਈ ਸਟੇਟ ਬਣਦੀ ਹੈ ਕਿ ਤੁਸੀਂ ਜਿੱਥੇ ਵੀ ਜਾ ਕੇ ਖੜਦੇ ਹੋ ਤੇ ਉਹ ਕਰਦੇ ਹੋ। ਤੇ ਉਹਦੇ ਵਿੱਚ ਹੀ ਫਿਰ ਅਫਸਰਾਂ ਦਾ ਦੌਰ ਆਉਂਦਾ, ਜਿਹੜੇ ਸਾਰੇ ਅਫਸਰ ਨੇ, ਨਿੱਜੀ ਤਾਂ ਸਭ ਦਾ ਹੀ ਹੁੰਦਾ ਪਰ ਤੁਸੀਂ ਆਪ ਕਰਦੇ ਹੋ। ਤੁਸੀਂ ਸਟੀਲ ਫਰੇਮ ਕਹਿੰਦੇ ਹੋ ਆਈਐਸ ਆਪਣੇ ਆਪ ਨੂੰ, ਆਈਪੀਐਸ ਸਭ ਤੋਂ ਉਦੋਂ ਜ਼ਿਆਦਾ ਸੰਵਿਧਾਨ ਨੇ ਇੰਨੀ ਜ਼ਿਆਦਾ ਪ੍ਰੋਟੈਕਸ਼ਨ ਦਿੱਤੀ ਹੋਈ ਹੈ, ਹਰ ਚੀਜ਼ ਤੁਹਾਡੀ ਸਿਕਿਉਰ ਹੈ, ਉਹਦੇ ਬਾਵਜੂਦ ਵੀ ਜੇ ਕੰਮ ਨਹੀਂ ਆਪਣੇ ਵੱਲੋਂ ਨਹੀਂ ਕਰਨਾ ਜਾਂ ਸਟੇਟ ਉਹਨਾਂ ਤੋਂ ਲੈ ਨਹੀਂ ਸਕਦੀ, ਇਹ ਦੋਨੇ ਪਾਸੇ ਗੜਬੜ, ਕੱਲਾ ਇੱਕ ਪਾਸੇ ਗੜਬੜ ਨਹੀਂ। ਅਣਮੰਨੇ ਮਨ ਨਾਲ ਕੀਤੇ ਕੰਮ ਕਦੇ ਵੀ ਕੋਈ ਇਤਿਹਾਸ ਨਹੀਂ ਬਣਾਉਂਦੇ। ਅਣਮੰਨੇ ਮਨ ਨਾਲ ਕਦੇ ਅਸੀਂ ਰਿਕਾਰਡਿੰਗ ਲਈ ਬੈਠਦੇ ਹਾਂ, ਉਹਦਾ ਆਪਣੇ ਆਪ ਤੇ ਵੀ ਅਸਰ ਨਹੀਂ ਹੁੰਦਾ। ਸਾਨੂੰ ਪਤਾ ਹੁੰਦਾ ਕਿ ਅਸੀਂ ਕਰਨ ਦੀ ਖਾਤਰ ਕਰ ਰਹੇ ਹਾਂ। ਤੇ ਸਿਤਮ ਜਰੀਫੀ ਇਹੀ ਹੈ, ਤਰਾਸਦੀ ਇਹੀ ਹੈ ਕਿ ਸਾਡੇ ਅਫਸਰ ਅਣਮੰਨੇ ਮਨਾਂ ਨਾਲ ਕੁਰਸੀਆਂ ਤੇ ਬੈਠੇ ਆ। ਜਿਹੜਾ ਕਿਸੇ ਹੋਰ ਖੇਤਰ 'ਚ ਜਾਣਾ ਚਾਹੁੰਦਾ ਸੀ ਉਹ ਕਿਸੇ ਹੋਰ ਖੇਤਰ 'ਚ ਧੱਕਤਾ ਜਾਂਦਾ ਹੈ, ਕੋਈ ਆਪਣੇ ਮਨ ਨਾਲ। ਤੇ ਫਿਰ ਤੁਹਾਨੂੰ ਰੋਜ਼ ਗਾਰਡਨ ਪੈਦਾ ਨਹੀਂ ਹੋਣੇ, ਫਿਰ ਰੌਕ ਗਾਰਡਨ ਪੈਦਾ ਨਹੀਂ ਹੋਣੇ, ਫਿਰ ਕਦੇ ਤੁਹਾਡੇ ਲਈ ਚੰਡੀਗੜ੍ਹ ਦੁਬਾਰਾ ਬਣ ਨਹੀਂ ਸਕਣਾ ਜਿਹੜਾ ਬਗਾਨਾ ਕਰਤਾ ਗਿਆ। ਇਹਨਾਂ ਥਾਵਾਂ ਦੇ ਉੱਤੇ ਲੋਕਾਂ ਦੇ ਮਨ ਲੱਗੇ ਹੋਏ ਆ, ਇਕਾਗਰਤਾ ਲੱਗੀ ਹੋਈ ਆ। ਕੋਈ ਨਾਵਲ ਕਦੇ ਸ਼ਾਹਕਾਰ ਨਹੀਂ ਬਣਦਾ, ਕੋਈ ਕਿਤਾਬ ਕਦੇ ਇਤਿਹਾਸ ਨਹੀਂ ਬਣਾਉਂਦੀ ਜੇਕਰ ਉਹਨੂੰ ਲਿਖਣ ਵਾਲਾ, ਉਹਨੂੰ ਸਿਰਜਣ ਵਾਲਾ ਸਮਰੱਥ ਨਾ ਹੋਵੇ, ਇਕਾਗਰ ਨਾ ਹੋਵੇ। ਔਰ ਸਾਡੇ ਚੋਂ 90% ਲੋਕ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ। ਔਰ ਜੇ ਬਿਊਰੋਕ੍ਰੇਸੀ 'ਚ ਔਰ ਪੋਲੀਟੀਸ਼ੀਅਨਸ ਦੇ ਵਿੱਚ ਇਹ ਗੱਲ ਆ ਜੇ ਕਿ ਮੈਨੂੰ ਤਾਂ ਮਿਲਣਾ ਚਾਹੀਦਾ ਸੀ ਗ੍ਰਹਿ ਮੰਤਰਾਲਾ, ਮੈਨੂੰ ਖੇਤੀਬਾੜੀ 'ਚ ਧੱਕਤਾ, ਇਹ ਮਾਮਲੇ ਹੀ ਅਸੀਂ ਨਜਿੱਠਦੇ ਚਲੇ ਜਾਂਦੇ ਹਾਂ, ਹੱਥਲੇ ਕੰਮ ਕਰਨੇ ਛੱਡ ਚੁੱਕੇ ਹਾਂ। ਬਹੁਤ ਮਿਹਰਬਾਨੀ। ਵੈਸੇ ਇਹ ਫਲਸਫਾ ਘੋਟਣ ਵਾਲਾ ਮੈਂ ਕੌਣ ਹੋਣਾ ਹੈ, ਛੋਟੇ ਬੰਦੇ ਆ, ਵੱਡੀ ਗੱਲ ਕਰਾਂਗੇ, ਬੁਰੇ ਲੱਗਾਂਗੇ। ਤੁਸੀਂ ਕੋਈ ਗੱਲ ਇਹੋ ਜਿਹੀ ਲੱਗੇ ਬੁਰੀ ਮਾਫ ਕਰ ਦਿਓ, ਪਰ ਜਿਹੜਾ ਦਿੱਲੀ 'ਚ ਸਮਰੱਥ ਬੰਦਾ ਬੈਠਾ ਉੱਥੇ ਸਟਾਲ ਆਪਣਾ ਜ਼ਰੂਰ ਲਗਵਾਓ। ਸੁਮੇਲ ਸਿੰਘ ਸਿੱਧੂ ਉਹਨਾਂ ਨਾਲ ਸੰਪਰਕ ਕਰ ਲਿਓ ਲੋੜ ਪੈਣ ਤੇ। ਬਹੁਤ ਮਿਹਰਬਾਨੀ। ਮਿਹਰਬਾਨੀ।